ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਇਲਾਸਟਿਸਿਟੀ ਆਫ ਸਪਲਾਈ, ਪੂਰਤੀ ਦੀ ਲੋਚਸ਼ੀਲਤਾ। ਜਿਵੇਂ ਕਿ ਅਸੀਂ ਇਸ ਤੋਂ ਪਹਿਲਾਂ ਥਿਊਰੀ ਆਫ ਡਿਮਾਂਡ ਐਂਡ ਇਲਾਸਟਿਸਿਟੀ ਆਫ ਡਿਮਾਂਡ ਦੇ ਬਾਰੇ ਪੜ੍ਹਿਆ ਹੈ, ਉਸ ਤਰ੍ਹਾਂ ਹੀ ਆਪਣੀ ਇਕਨੋਮੀ ਦੇ ਲਈ ਜਿਹੜੀ ਸਪਲਾਈ ਹੈ, ਪੂਰਤੀ ਹੈ, ਉਹ ਜ਼ਰੂਰੀ ਹੈ। ਤਾਂ ਸਪਲਾਈ ਦਾ ਕੀ ਮਤਲਬ ਸੀ? ਸਪਲਾਈ ਦਾ ਮਤਲਬ ਸੀਗਾ ਕਿ ਕਿਸੇ ਵੀ ਪ੍ਰੋਡਕਟਸ ਨੂੰ ਕੀ ਕਰਨਾ, ਪ੍ਰੋਡਿਊਸ ਕਰਨਾ, ਤੇ ਪ੍ਰੋਡਿਊਸ ਕਰਨ ਤੋਂ ਬਾਅਦ ਉਸ ਪ੍ਰੋਡਕਟਸ ਨੂੰ ਮਾਰਕੀਟ ਦੇ ਵਿੱਚ ਕੀ ਕਰਨਾ, ਸੇਲ ਕਰਨਾ, ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਕੁਆਂਟੀਟੀ ਆਫ ਗੁੱਡਸ ਨੂੰ ਲੈ ਕੇ ਆਉਣਾ। ਇਟ ਇਜ਼ ਕਾਲਡ ਸਪਲਾਈ। ਜਿਹੜੀ ਗੁੱਡਸ ਦੀ ਸਪਲਾਈ ਉਹ ਮੋਸਟਲੀ ਕੌਣ ਕਰਦਾ ਹੈ? ਉਹ ਪ੍ਰੋਡਿਊਸਰ ਕਰਦਾ ਤੇ ਇੱਕ ਬਿਜ਼ਨਸਮੈਨ ਕਰਦਾ। ਪ੍ਰੋਡਿਊਸਰ ਤੇ ਬਿਜ਼ਨਸਮੈਨ ਗੁੱਡਸ ਦੀ ਸਪਲਾਈ ਕਿਉਂ ਕਰਦਾ ਹੈ? ਕਿਉਂਕਿ ਉਹਦਾ ਮੇਨ ਮੋਟਿਵ ਕੀ ਹੁੰਦਾ? ਪ੍ਰੋਫਿਟ ਮੈਕਸਿਮਾਈਜੇਸ਼ਨ ਹੁੰਦਾ। ਜਿਵੇਂ ਕਿ ਆਪਾਂ ਮਾਰਕੀਟ ਦੇ ਵਿੱਚ ਡਿਫਰੈਂਟ ਟਾਈਪਸ ਆਫ ਪ੍ਰੋਡਕਟਸ ਦੇਖਦੇ ਹਾਂ, ਜਿਨ੍ਹਾਂ ਨੂੰ ਅਸੀਂ ਕੀ ਕਰਦੇ ਹਾਂ, ਬਾਏ ਕਰਦੇ ਹਾਂ, ਜਿਨ੍ਹਾਂ ਦੀ ਅਸੀਂ ਡਿਮਾਂਡ ਕਰਦੇ ਹਾਂ। ਤਾਂ ਉਹ ਪ੍ਰੋਡਕਟਸ ਦੀ ਡਿਮਾਂਡ ਦੇ ਥਰੂ ਜਿਹੜੇ ਆਪਣੇ ਪੀਪਲਸ ਨੇ, ਉਹਨਾਂ ਦੇ ਕੀ ਨੇ, ਜਿਹੜੀਆਂ ਡਿਜ਼ਾਇਰਸ ਨੇ, ਵਾਂਟਸ ਨੇ, ਸੈਟਿਸਫੈਕਸ਼ਨ ਉਹ ਕੀ ਹੁੰਦੀ ਆ, ਪੂਰੀ ਹੁੰਦੀ ਆ। ਤਾਂ ਜਿਹੜੀਆਂ ਨੀਡਸ ਨੇ ਲੋਕਾਂ ਦੀਆਂ, ਉਹਨਾਂ ਨੂੰ ਪੂਰਾ ਕਰਨ ਦੀ ਰਿਸਪੌਂਸਿਬਿਲਿਟੀ ਕਿਸ ਦੀ ਹੁੰਦੀ ਆ? ਪ੍ਰੋਡਿਊਸਰਸ ਦੀ ਹੁੰਦੀ ਆ, ਬਿਜ਼ਨਸਮੈਨ ਦੀ ਹੁੰਦੀ ਆ। ਤੇ ਉਹ ਗੁੱਡਸ ਦੀ ਪ੍ਰੋਡਕਸ਼ਨ ਦੇ ਥਰੂ ਕੀ ਕਰਦੇ ਨੇ, ਮਾਰਕੀਟ ਦੇ ਵਿੱਚ ਕਹਿੰਦੇ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਜਿਹੜੀ ਗੁੱਡਸ ਦੀ ਕੁਆਂਟੀਟੀ ਆ ਉਹਨੂੰ ਪ੍ਰੋਡਿਊਸ ਕਰਕੇ ਕੀ ਕਰਦੇ ਨੇ, ਸਪਲਾਈ ਕਰਦੇ ਨੇ। ਕਿਉਂ ਕਰਦੇ ਨੇ? ਕਹਿੰਦੇ ਉਹਨਾਂ ਨੂੰ ਸਪਲਾਈ ਦੇ ਬਦਲੇ ਕੀ ਮਿਲਦਾ ਹੈ? ਪ੍ਰੋਫਿਟ ਮਿਲਦਾ। ਤਾਂ ਪ੍ਰੋਫਿਟ ਕੀ ਹੁੰਦਾ? ਤੁਹਾਨੂੰ ਪਤਾ ਹੀ ਆ, ਜਦੋਂ ਵੀ ਕੋਈ ਜਿਹੜਾ ਐਂਟਰਪ੍ਰੈਨਿਓਰ ਹੈ, ਬਿਜ਼ਨਸਮੈਨ ਹੈ, ਪ੍ਰੋਡਿਊਸਰਸ ਹੈ, ਉਹ ਗੁੱਡਸ ਦੀ ਪ੍ਰੋਡਕਸ਼ਨ ਕਰਦਾ ਹੈ, ਤਾਂ ਪ੍ਰੋਡਕਸ਼ਨ ਦੇ ਲਈ ਉਹ 4 ਫੈਕਟਰ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਦਾ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੈਨਿਓਰ। ਸਪਲਾਈ ਦੇ ਲਈ ਜਿਹੜੇ ਇਹ 4 ਫੈਕਟਰ ਆਫ ਪ੍ਰੋਡਕਸ਼ਨਸ ਨੇ ਜ਼ਰੂਰੀ ਨੇ, ਜਿਸ ਦੇ ਥਰੂ ਕੀ ਕੀਤੀ ਜਾਂਦੀ ਆ? ਆਊਟਪੁੱਟ ਕੀਤੀ ਜਾਂਦੀ ਆ। ਤੇ 4 ਫੈਕਟਰਸ ਨੂੰ ਕੀ ਮਿਲਦੀ ਹੈ? ਇਹਨਾਂ ਦੇ ਬਦਲੇ ਪੇਮੈਂਟਸ ਮਿਲਦੀਆਂ ਨੇ, ਜਿਵੇਂ ਕਿ ਲੇਬਰ ਨੂੰ ਵੇਜਿਸ, ਐਂਡ ਆਪਣੀ ਲੈਂਡ ਨੂੰ ਰੈਂਟ ਮਿਲਦਾ ਹੈ, ਐਂਡ ਕੈਪੀਟਲ ਦੇ ਬਦਲੇ ਇੰਟਰਸਟ ਮਿਲਦਾ ਹੈ, ਐਂਡ ਜਿਹੜਾ ਹੈ ਆਪਣਾ ਪ੍ਰੋਫਿਟ ਐਂਟਰਪ੍ਰੈਨਿਓਰ ਨੂੰ ਮਿਲਦਾ ਹੈ। ਤੇ ਕਹਿੰਦੇ ਇਸ ਦੇ ਬਦਲੇ ਸਾਡੀ ਕੀ ਹੁੰਦੀ ਹੈ? ਟੋਟਲ ਕਾਸਟ ਆਉਂਦੀ ਹੈ ਜਦੋਂ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਆ। ਤੇ ਗੁੱਡਸ ਦੀ ਸੇਲ, ਜਦੋਂ ਆਪਾਂ ਗੁੱਡਸ ਨੂੰ ਜਿਹੜੀਆਂ ਪ੍ਰੋਡਿਊਸ ਕੀਤੀਆਂ ਨੇ, ਜਿਹਨਾਂ ਦੀ ਆਊਟਪੁੱਟ ਕੀਤੀ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਜਾਂਦੇ ਆ, ਤਾਂ ਇਟਸ ਮੀਨ ਸਪਲਾਈ ਆਫ ਗੁੱਡਸ। ਤਾਂ ਇਹ ਜਦੋਂ ਗੁੱਡਸ ਦੀ ਸਪਲਾਈ ਹੁੰਦੀ ਹੈ ਕਿਸੇ ਵੀ ਬਿਜ਼ਨਸਮੈਨ ਦੇ ਥਰੂ, ਤਾਂ ਗੁੱਡਸ ਦੀ ਕੀ ਹੁੰਦੀ ਹੈ? ਸਾਨੂੰ ਗੁੱਡਸ ਦੀ ਸਪਲਾਈ ਦੇ ਬਦਲੇ, ਗੁੱਡਸ ਨੂੰ ਸੇਲ ਕਰਨ ਦੇ ਬਦਲੇ ਇਨਕਮ ਜਨਰੇਟ ਹੁੰਦੀ ਹੈ, ਮੀਨਸ ਰੈਵਨਿਊ ਮਿਲਦਾ, ਜਿਹਨੂੰ ਆਪਾਂ ਇਨਕਮ, ਆਮਦਨ ਕਹਿੰਦੇ ਆ, ਜੋ ਪ੍ਰੋਡਿਊਸਰ ਨੂੰ ਹੁੰਦੀ ਆ। ਤਦ ਕਦੇ ਪ੍ਰੋਫਿਟ ਅਰਨ ਹੁੰਦਾ ਜਦੋਂ ਉਹ ਆਪਣੀ ਟੋਟਲ ਇਨਕਮ ਦੇ ਵਿੱਚੋਂ ਜਿਹੜੀ ਹੈ, ਟੋਟਲ ਰੈਵਨਿਊ ਗੁੱਡਸ ਦੀ ਸੇਲ ਤੋਂ ਉਹਨੂੰ ਮਿਲਿਆ ਹੈ, ਤੇ ਜੋ ਗੁੱਡਸ ਦੀ ਪ੍ਰੋਡਕਸ਼ਨ ਦੇ ਕਾਸਟ ਆਈ ਹੈ, ਦੈਟ ਇਜ਼ ਅ ਟੋਟਲ ਕਾਸਟ। ਜਦੋਂ ਉਹ ਟੋਟਲ ਰੈਵਨਿਊ ਦੇ ਵਿੱਚੋਂ ਜੋ ਟੋਟਲ ਕਾਸਟ ਕੱਢਦੇ ਨੇ, ਮਾਈਨਸ ਕਰਦੇ ਨੇ ਟੋਟਲ ਕਾਸਟ ਟੋਟਲ ਰੈਵਨਿਊ ਦੇ ਵਿੱਚੋਂ, ਤਾਂ ਜੋ ਬਚੇਗਾ ਦੈਟ ਇਜ਼ ਅ ਪ੍ਰੋਫਿਟ। ਤਾਂ ਇਹ ਜਿਹੜੀ ਹੈ ਆਪਣੀ ਪ੍ਰੋਫਿਟ ਤੇ ਜਿਹੜੀ ਸਪਲਾਈ ਹੈ, ਇਹ ਡਿਪੈਂਡ ਕਰਦੀ ਹੈ। ਕਿਉਂਕਿ ਅਗਰ ਪ੍ਰੋਫਿਟ ਜ਼ਿਆਦਾ ਹੈ, ਮੀਨਸ ਇਨਕਮ ਜ਼ਿਆਦਾ ਹੈ, ਤਾਂ ਸਪਲਾਈ ਜ਼ਿਆਦਾ ਹੁੰਦੀ ਆ। ਅਗਰ ਇਨਕਮ ਮੀਨਸ ਪ੍ਰੋਫਿਟ ਘੱਟ ਹੁੰਦਾ ਹੈ, ਤਾਂ ਜਿਹੜੀ ਸਪਲਾਈ ਹੈ ਕੀ ਹੁੰਦੀ ਆ? ਘੱਟ ਹੁੰਦੀ ਆ। ਤਾਂ ਇਸ ਤਰ੍ਹਾਂ ਜਿਹੜੇ ਆਪਣੇ ਪ੍ਰੋਡਿਊਸਰਸ ਨੇ, ਉਹ ਕੀ ਕਰਦੇ ਨੇ? ਪ੍ਰੋਡਕਸ਼ਨਸ ਕਰਦੇ ਨੇ, ਆਊਟਪੁੱਟ ਕਰਦੇ ਨੇ, ਤੇ ਉਸਦੀ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਕੁਆਂਟੀਟੀਜ਼ ਕਿਸੇ ਵੀ ਪ੍ਰੋਡਕਟਸ ਜਾਂ ਮਾਰਕੀਟ ਦੇ ਵਿੱਚ ਸਪਲਾਈ ਕਰਦੀਆਂ ਨੇ ਫॉर द ਸੇਲ। ਤਾਂ ਆਪਾਂ ਕਹਿ ਸਕਦੇ ਹਾਂ ਕਿ ਵਾਟ ਇਜ਼ ਡਿਮਾਂਡ? ਪੂਰਤੀ ਕੀ ਹੈ? ਕਹਿੰਦੇ ਪੂਰਤੀ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਵਿਕਰੇਤਾ, ਜੋ ਵੇਚਣ ਵਾਲਾ ਹੁੰਦਾ ਹੈ, ਸੇਲਸਮੈਨ ਹੁੰਦਾ ਹੈ, ਜੋ ਬਿਜ਼ਨਸਮੈਨ ਵੀ ਹੋ ਸਕਦਾ, ਪ੍ਰੋਡਿਊਸਰਸ ਵੀ ਹੋ ਸਕਦਾ, ਐਂਡ ਐਂਟਰਪ੍ਰੈਨਿਓਰ ਵੀ ਹੋ ਸਕਦਾ ਹੈ, ਇੱਕ ਮਿੱਥੀ ਕੀਮਤ ਤੇ ਅਤੇ ਇੱਕ ਮਿੱਥੇ ਸਮੇਂ ਵਿੱਚ ਵੇਚਣ ਦੇ ਲਈ ਤਿਆਰ ਹੁੰਦਾ ਹੈ। ਜਿਵੇਂ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਐਂਡ ਇੱਕ ਫਿਕਸ ਪ੍ਰਾਈਸ ਤੇ ਕੁਆਂਟੀਟੀ ਜਿਹੜੀ ਉਹ ਸਪਲਾਈ ਕਰਦਾ ਹੈ, ਵੇਚਣ ਦੇ ਲਈ ਤਿਆਰ ਹੁੰਦਾ ਹੈ ਕਿ ਮੈਂ ਵੇਚ ਦੇਣੀ ਹੈ ਇਸ ਪ੍ਰਾਈਸ ਤੇ ਇੰਨੀ ਕੁਆਂਟੀਟੀ ਕਿਸੇ ਵੀ ਪ੍ਰੋਡਕਟਸ ਦੀ, ਇਟ ਇਜ਼ ਕਾਲਡ ਸਪਲਾਈ। ਭਾਵ ਵਸਤੂਆਂ ਦੀਆਂ ਉਹਨਾਂ ਮਾਤਰਾਵਾਂ ਤੋਂ ਹੈ ਜਿਨ੍ਹਾਂ ਨੂੰ ਇੱਕ ਵਿਕਰੇਤਾ ਭਿੰਨ ਕੀਮਤਾਂ ਤੇ ਨਿਸ਼ਚਿਤ ਸਮੇਂ ਦੌਰਾਨ ਵੇਚਣ ਦੇ ਲਈ ਤਿਆਰ ਹੁੰਦਾ ਹੈ। ਤੇ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਇੱਕ ਪ੍ਰਾਈਸ ਤੇ ਵੀ ਡਿਫਰੈਂਟ ਕੁਆਂਟੀਟੀਜ਼ ਨੇ ਜਿਹੜੀਆਂ ਉਹ ਇੱਕ ਗੁੱਡ ਦੀਆਂ ਸਪਲਾਈ ਕਰਦਾ ਹੈ। ਤੇ ਜਦੋਂ ਉਹਨਾਂ ਦੀ ਪ੍ਰਾਈਸਿਸ ਗੁੱਡਸ ਦੀ ਇਨਕਰੀਜ਼ ਡਿਕਰੀਜ਼ ਹੁੰਦੀ ਹੈ, ਤਦ ਵੀ ਕਹਿੰਦੇ ਉਹ ਡਿਫਰੈਂਟ ਕੁਆਂਟੀਟੀਜ਼ ਨੇ ਜਿਹੜੀਆਂ ਉਹ ਡਿਫਰੈਂਟ ਪ੍ਰਾਈਸਿਸ ਤੇ ਕੀ ਕਰੇਗਾ? ਸੋਲਡ ਕਰੇਗਾ, ਮੀਨਸ ਸੇਲ ਕਰੇਗਾ, ਸਪਲਾਈ ਕਰੇਗਾ ਮਾਰਕੀਟ ਦੇ ਵਿੱਚ। ਤਦ ਆਪਾਂ ਕਹਿ ਸਕਦੇ ਹਾਂ ਪੂਰਤੀ ਕਿਸੇ ਵੀ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਵਿਕਰੇਤਾ ਇੱਕ ਮਿੱਥੀ ਹੋਈ ਕੀਮਤ ਤੇ ਜਾਂ ਭਿੰਨ ਕੀਮਤਾਂ ਤੇ ਵੇਚਣ ਦੇ ਲਈ ਤਿਆਰ ਹੁੰਦਾ ਹੈ। ਜਿਵੇਂ ਕਿ ਫॉर ਐਗਜ਼ਾਮਪਲ ਇੱਕ ਪ੍ਰੋਡਿਊਸਰਸ ਨੇ ਕੀ ਹੈ, 1000 ਗੁੱਡਸ ਦੀ ਪ੍ਰੋਡਕਸ਼ਨ ਕੀਤੀ ਹੈ, ਠੀਕ ਹੈ, ਤੇ 1000 ਗੁੱਡਸ ਦਾ ਜਿਹੜਾ ਪ੍ਰਾਈਸ ਹੈ ਉਹ ਕਿੰਨਾ ਹੈ?
50 रुपीज़ है, दैन वो की करेगा, ये जी 50 रुपीज़ जी ते जी है 1000 गुड्स ਨੂੰ प्रोड्यूस करेगा, हरेक गुड का प्राइस 50 रुपीज़ है, दैन ਉਹਨੂੰ ਕੀ ਕਰ ਦੇਗਾ, ਮਾਰਕੀਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਗੁड्स ਦੀ ਜਿਹੜੀ ਸਪਲਾਈ ਹੈ ਉਹ ਕਿੰਨੀ ਹੈ, 1000 ਗੁड्स ਦੀ ਸਪਲਾਈ ਹੈ, ਤੇ 1000 ਗੁड्स ਦੇ ਥਰੂ ਉਹਨੂੰ ਕਿੰਨੀ ਇਨਕਮ ਅਰਨ ਹੋਏਗੀ, ਉਹ ਆਪਾਂ ਕਿੱਦਾਂ ਦੇਖ ਸਕਦੇ ਹਾਂ, 1000 into 50 ਕਰਾਂਗੇ ਤਾਂ ਜਿਹੜੀ ਹੈ ਆਪਣੀ 5 ਲੱਖ ਤਾਂ ਜਿਹੜੀ ਹੈ ਆਪਣੀ ਇਨਕਮ ਜਨਰੇਟ ਹੋ ਜਾਏਗੀ। एंड द नेक्स्ट इज पूर्ति दी परिभाषा, एनातोल मुराद दी डेफिनेशन है, अकॉर्डिंग टू एनातोल मुराद वस्तु दी पूर्ति तो भाव वस्तु दी उस मात्रा तो है जिसनू एक निश्चित कीमत ते एक खास बाजार विच निश्चित समय ते बेचण दे लई प्रस्तुत किया गया है। प्रस्तुत किया गया है मतलब पेश किया गया है किसी पर्टिकुलर मार्केट दे विच ते पर्टिकुलर प्राइसेस दे विच। फॉर एग्जांपल एक ਜਿਹੜੀ ਹੈ ਆਪਣੀ ਗੁੱਡ ਉਹਦਾ ਪ੍ਰਾਈਸ ਕਿੰਨਾ, ਇੱਕ ਪ੍ਰੋਡਕਟ ਦਾ 10 ਰੁਪੀਸ ਮਾਰਕੀਟ ਦੇ ਵਿੱਚ ਪ੍ਰਾਈਸ ਫਿਕਸ ਕੀਤਾ ਗਿਆ ਹੈ, ਠੀਕ ਹੈ, ਤਾਂ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਫॉर ਐਗਜ਼ਾਮਪਲ 1 ਡੇ ਦੇ ਵਿੱਚ ਕੀ ਕਰਦਾ ਹੈ, ਜਿਹੜਾ ਆਪਣਾ ਪ੍ਰੋਡਿਊਸਰ ਹੈ ਉਹ ਕਿੰਨੀਆਂ ਗੁੱਡਸ ਦੀ ਸਪਲਾਈ ਕਰਦਾ ਹੈ, 100 ਗੁੱਡਸ ਦੀ ਸਪਲਾਈ ਕਰਦਾ ਹੈ, ਜਿਹਦਾ ਈਚ ਗੁੱਡ ਦਾ ਪ੍ਰਾਈਸ ਕੀ ਹੈ 10 ਰੁਪੀਸ ਹੈ। ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਐਕਸ ਗੁੱਡ ਦੀ ਜਿਹੜੀ ਸਪਲਾਈ ਹੈ ਮਾਰਕੀਟ ਦੇ ਵਿੱਚ 1 ਡੇ ਦੀ ਕੀ ਆ 100 ਹੈ। ਤੇ ਜੋ ਵੀ ਸੋਲਡ ਆਊਟ ਕਰਨ ਦੇ ਲਈ ਕਿਸੇ ਵੀ ਪ੍ਰੋਡਿਊਸਰ ਦੇ ਦੁਆਰਾ ਆਪਣੀ ਮਾਰਕੀਟ ਦੇ ਵਿੱਚ ਗੁੱਡਸ ਨੂੰ ਲੈ ਕੇ ਜਾਂਦਾ ਹੈ, ਪੇਸ਼ ਕੀਤਾ ਜਾਂਦਾ ਹੈ ਕਸਟਮਰਸ ਦੇ ਸਾਹਮਣੇ, ਇਟ ਇਜ਼ ਕਾਲਡ ਸਪਲਾਈ। ਐਂਡ ਦ ਨੈਕਸਟ ਇਜ਼ ਪੂਰਤੀ ਫਲਨ, ਜਿਹਨੂੰ ਆਪਾਂ ਕਹਿੰਦੇ ਆ ਸਪਲਾਈ, ਲਾਅ ਆਫ ਸਪਲਾਈ ਵੀ ਕਹਿੰਦੇ ਆ, ਜਿਵੇਂ ਕਿ ਆਪਾਂ ਨੇ ਲਾਅ ਆਫ ਡਿਮਾਂਡ ਪੜਿਆ ਸੀਗਾ, ਐਦਾਂ ਹੀ ਲਾਅ ਆਫ ਸਪਲਾਈ ਹੈ। डिमांड ते सप्लाई इकोनॉमी दे टू मेन पहलू ने जिन्हां दे थ्रू इकोनॉमी दे विच इक्विलिब्रियम हुंदा है ते जिहड़ियां डिमांड्स ने ओह पूरीआं हुंदियां ने ते जिहड़ी अपनी इनकम है ओह जनरेट कीती जांदी है। ਤਾਂ ਡਿਮਾਂਡ ਜਿਹੜਾ ਸੀਗਾ ਲਾਅ ਆਫ ਡਿਮਾਂਡ ਸਾਨੂੰ ਕੀ ਦੱਸਦਾ ਸੀ ਕਿ ਜਿਹੜੀ ਡਿਮਾਂਡ ਹੈ ਤੇ ਪ੍ਰਾਈਸ ਹੈ ਉਹਨਾਂ ਦੇ ਵਿੱਚ ਨੈਗੇਟਿਵ ਰਿਲੇਸ਼ਨਸ਼ਿਪ ਹੈ। कोई भी कस्टमर्स प्राइस घट होने ते किसी चीज की डिमांड ज्यादा करता है, प्राइस ज्यादा होने ते किसी चीज की डिमांड घट करता है। जो लॉ ऑफ सप्लाई है वो इस तो उल्ट है। लॉ ऑफ सप्लाई का मतलब की है कि ये भी सानू लॉ ऑफ सप्लाई भी की दसदा है रिलेशनशिप बिटवीन द प्राइस एंड सप्लाई, कि प्राइस ते सप्लाई दे विच की रिलेशनशिप है। हुण प्राइस की हुंदा है, प्राइस जो भी कस्टमर पे करते हैं किसी भी गुड नू बाय करन दे लई, ते प्राइस मिलदा किनू है, प्राइस मिलदा है अपने बिजनेसमैन प्रोड्यूसर्स ते एंटरप्रेन्योर नू। जदों किसी भी गुड दी सप्लाई करदे ने तां उस गुड्स नू बेचण दे बदले, सप्लाई करन दे बदले उन्हां नू की मिलदा है, इनकम मिलदी है। मीनस इनकम किस दे थ्रू मिलदी है, प्राइस दे थ्रू मिलदी है। तर आपां कह सकदे हैं कि जिहड़ी सप्लाई है वो किस चीज ते डिपेंड करदी है, वो जिहड़ी है अपनी प्राइस ते डिपेंड करदी है। ਤਾਂ ਇਹਨਾਂ ਦੇ ਵਿੱਚ ਕੀ ਰਿਲੇਸ਼ਨ ਹੈ, ਪ੍ਰਾਈਸ ਤੇ ਸਪਲਾਈ ਦੇ ਵਿੱਚ, ਪ੍ਰਾਈਸ ਤੇ ਸਪਲਾਈ ਦੇ ਵਿੱਚ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਅਗਰ ਪ੍ਰਾਈਸ ਇਨਕਰੀਜ਼ ਹੁੰਦਾ ਕਿਸੇ ਵੀ ਗੁੱਡ ਦਾ ਤਾਂ ਇਹਦਾ ਮਤਲਬ ਪ੍ਰੋਡਿਊਸਰਸ ਨੂੰ ਇਨਕਮ ਜ਼ਿਆਦਾ ਹੋਏਗੀ, ਕਿਉਂਕਿ ਉਹਨੂੰ ਪ੍ਰਾਈਸ ਦੇ ਬਦਲੇ ਇਨਕਮ ਜ਼ਿਆਦਾ ਮਿਲੇਗੀ। ठीक है, जिवें कि फॉर एग्जांपल पहला एक्स गुड का प्राइस 10 रुपीज सीगा, हुण एक्स गुड का प्राइस इंक्रीज होकर कितना हो गया 20 रुपीज हो गया। तो पहला कस्टमर्स को एक प्रोडक्ट के बदले, जो भी अपने प्रोड्यूसर सीगे, एक प्रोडक्ट सेल करने के बदले, सप्लाई करने के बदले उन्होंने 10 रुपीज मिलते सी। हुण की आ प्राइस बदलते उन्होंने 20 रुपीज मिलते हैं, मीनस उनका प्रॉफिट की हो गया, डबल हो गया। तो इट्स मीन्स की करेंगे, सप्लाई इंक्रीज करेंगे। दूसरी तरफ अगर प्राइस डिक्रीज हो जाता है, 20 to 10 हो जाता है किसी भी गुड का, तो यदा मतलब कि प्रॉफिट अपना घट गया लेकिन कॉस्ट पहला जिन्नी है, तो यदा मतलब जी अपनी सप्लाई है की हो जाएगी, डिक्रीज हो जाएगी। तो इट्स मीन्स जी प्राइस है तो सप्लाई है, इन्हां दे विच की है नैगेटिव पॉजिटिव रिलेशनशिप है। मीन्स अपना पॉजिटिव रिलेशनशिप का मतलब प्राइस बढ़न दे नाल सप्लाई बढ़ेगी, प्राइस घटन दे नाल सप्लाई घटेगी। तो पूर्ति फलन सानू की दसदा है, लॉ ऑफ सप्लाई। पूर्ति फलन तो सानू ये पता लगता है कि कीमत विच परिवर्तन होने दे नाल पूर्ति विच कितना परिवर्तन होया है, कि कीमत बढ़न दे नाल पूर्ति बढ़ी है, कीमत घटन दे नाल पूर्ति घटी है, ठीक है, किस डायरेक्शन दे विच चेंज हो रहा है। द रिलेशनशिप दसदा है बिटवीन द प्राइस एंड सप्लाई, कि प्राइस चेंज होने दे नाल सप्लाई ते की इफेक्ट पेगा। पूर्ति फलन तो गुणात्मक संबंधां दा पता लगता है कि एक प्रोडक्ट्स दी प्राइस दे विच चेंज होने दे नाल उस प्रोडक्ट दी क्वांटिटी मीन सप्लाई दे विच की चेंज होया है, दोनों दे विच रिलेशनशिप दा पता लगता है। तां पूर्ति फलन है
कि प्राइस ते सप्लाई दे विच पॉजिटिव रिलेशनशिप है, प्राइस ਵਧਣ ਦੇ ਨਾਲ सप्लाई पूर्ति ਵਧੇਗੀ, प्राइस घटਣ ਦੇ ਨਾਲ पूर्ति घटेगी। इस तो बाद है पूर्ति दी लचक, जिन्हों आप की बोलते हैं एलास्टिसिटी ऑफ सप्लाई बोलते हैं। इस तो पहले अपने एलास्टिसिटी ऑफ डिमांड देखा सीगा, जो सानू डिमांड ते प्राइस दे विच चेंज दे बारे दसदा सी कि प्राइस चेंज होने दे नाल डिमांड दे विच किन्ने परसेंट या किस अनुपातक दे विच चेंज होया। इस तरह पूर्ति दी लचक मींस एलास्टिसिटी ऑफ सप्लाई सानू की दसदी है, पूर्ति दी लचक तो सानू मात्रात्मक संबंधां दा पता चलदा है, मींस दोनों दियां क्वांटिटीज दा पता चलदा है कि कीमत विच परिवर्तन होने दे नाल पूर्ति विच कितना परिवर्तन होया है। कि अगर अपनी जेड़ी कीमत है प्राइस है उहदे विच 10% चेंज होया है, तो इस दे नाल पूर्ति दे विच किन्ने परसेंट इंक्रीज और डिक्रीज होएगा, पूर्ति दे विच किन्ने परसेंट चेंज होएगा। ये सानू किस तो पता लगता है, एलास्टिसिटी ऑफ सप्लाई तो पता लगता है। तो पूर्ति नू कई इदां दे बहुत सारे फैक्टर्स ने जिहड़े की करदे ने अफैक्ट करदे ने, जिवें कि अदर गुड्स ते प्राइसिस जदों इंक्रीज डिक्रीज हुंदे ने तद भी अपनी पूर्ति चेंज हुंदी आ। प्राइस ऑफ हिज ओन गुड जदों पूर्ति उदों भी चेंज हुंदी है जदों किसी भी एक्स कमोडिटी दा खुद दा प्राइस इंक्रीज डिक्रीज हो जाता है। एंड उस तो इलावा कहते फ्यूचर एक्सपैक्टेशंस ते भी जिहड़ी है अपनी सप्लाई डिपेंड करती है, एंड फ्यूचर प्राइसिस ते भी जिहड़ी है सप्लाई डिपेंड करती है। एंड उस तो बाद जिहड़ी है अपनी पॉपुलेशन एंड डिमांड ते भी डिपेंड करती है कि किसी भी एक्स गुड की डिमांड मार्केट दे विच कितनी है। ते उस तो इलावा फैक्टर्स दी कॉस्ट ऑफ फैक्टर ऑफ प्रोडक्शंस मींस प्रोडक्शंस के लिए जेडे भी आप फैक्टर्स यूज करते हैं, जिवें कि लैंड लेबर कैपिटल एंड एंटरप्रेन्योर्स, उन्होंने कितनी कॉस्ट आ रही है उस पर भी डिपेंड करती है। अगर कॉस्ट घट होंदी है तो सप्लाई ज़्यादा होंदी है, मींस आप उन्नी ही अपनी कॉस्ट के ज़्यादा प्रोडक्शन कर सकते हैं, ज़्यादा क्वांटिटीज नू सप्लाई कर सकते हैं। अगर कॉस्ट ज़्यादा होंदी है प्रोडक्शन की तो इट्स मीन सप्लाई की होएगी घट होएगी। ते इन्वेस्टमेंट ते भी कैपिटल मीनस रेट ऑफ इंटरस्ट ते भी जिहड़ी साडी सप्लाई है की करती है डिपेंड करती है। ते पूर्ति दी लचक एलास्टिसिटी ऑफ सप्लाई सानू प्राइस दे विच चेंज होने दे नाल जिहड़ी वस्तु दी पूर्ति ओहदे विच किन्ने परसेंट चेंज होया है इस दे बारे पता लगदा है। रिलेशनशिप बिटवीन द प्राइस एंड सप्लाई सानू की दसदी है, पूर्ति दी लचक दसदी है कि किन्ने परसेंट किन्ने अनुपातक चेंज होया है प्राइस विच चेंज होने दे नाल सप्लाई दे विच। एंड द नेक्स्ट इज पूर्ति दी कीमत लचक दा अर्थ जिहड़ी है अपनी पूर्ति दी कीमत लचक जिन्हों आपां बोलते हैं प्राइस एलास्टिसिटी ऑफ सप्लाई। ठीक है, प्राइस एलास्टिसिटी ऑफ सप्लाई सानू की दसदी है रिलेशनशिप बिटवीन द प्राइस एंड सप्लाई कि प्राइस दे विच किन्ने परसेंट चेंज होने दे नाल पूर्ति दे विच कितना चेंज होया है। तो इत्थे डेफिनेशन है डॉक्टर मार्शल दी, अकॉर्डिंग टू मार्शल पूर्ति दी कीमत लचक पूर्ति की गई मात्रा विच प्रतिशत परिवर्तन अते कीमत विच प्रतिशत परिवर्तन का अनुपात है कि कीमत दे विच प्रतिशत परिवर्तन होने दे नाल साडी जिहड़ी पूर्ति है उहदे विच किन्ने प्रतिशत परिवर्तन होया है उसका अनुपात की है पूर्ति दी कीमत लचक है, प्राइस एलास्टिसिटी ऑफ सप्लाई। एंड द नेक्स्ट इज पूर्ति दी कीमत लोच, प्राइस एलास्टिसिटी ऑफ सप्लाई कहते जिहड़ी अपनी पूर्ति है ओदा फॉर्मूला की है प्राइस एलास्टिसिटी ऑफ सप्लाई। एलास्टिसिटी का मतलब चेंज किहदे विच सप्लाई दे विच कि सप्लाई दे विच कितना चेंज है, सप्लाई कितनी एलास्टिक है, मोर इलास्टिक है प्राइस के नालों या लैस इलास्टिक है या इक्वल इलास्टिक है। ठीक है, देन इलास्टिसिटी मीनस चेंज के लिए कहते सानू प्राइस इलास्टिसिटी का केड़ा फॉर्मूला है सप्लाई के लिए यूज करना चाहिए है जिहदे थ्रू आपां प्राइस ते जिहड़ा है अपना सप्लाई उहदे विच रिलेशनशिप नू देख सकते हैं। तो प्राइस इलास्टिसिटी ऑफ सप्लाई का फॉर्मूला है प्राइस इलास्टिसिटी मीनस पूर्ति की कीमत लोच इज इक्वल टू वस्तु की पूर्ति विच प्रतिशत परिवर्तन मीनस परसेंटेज चेंज इन द क्वांटिटी ऑफ गुड डिवाइड बाय
वस्तु की कीमत विच प्रतिशत परिवर्तन, परसेंटेज चेंज इन द प्राइस ऑफ गुड। जो आप परसेंटेज चेंज इन द क्वांटिटी ऑफ गुड नू परसेंटेज चेंज इन द प्राइस ऑफ गुड दे नाल डिवाइड करांगे तो जिहड़ी साडी प्राइस एलास्टिसिटी ऑफ सप्लाई है वो साडी निकल आएगी कि कीमत विच परिवर्तन होने दे नाल साडी पूर्ति दे विच किन्ने परसेंट चेंज होया है। कि अगर वस्तु की कीमत विच मान लो परिवर्तन कितना होया 10% होया है तो उसके नाल पूर्ति दे विच परिवर्तन की हो गया 20% हो गया। देन 20% डिवाइड बाय 10% इज इक्वल टू 2%। देन कह सकते हैं कि प्राइस इलास्टिसिटी ऑफ सप्लाई कितना है 2% है, मींस ग्रेटर देन 1 है तो इट्स मींस मोर इलास्टिक सप्लाई है। ग्रेटर देन यूनिटरी इलास्टिक सप्लाई है, प्राइस दे विच चेंज होने दे नाल अपनी पूर्ति दे विच ज्यादा चेंज होया है 2% चेंज होया है। देन प्राइस इलास्टिसिटी ऑफ सप्लाई नु PES ਦੇ ਨਾਲ ਡਿਨੋਟ ਕਰਦੇ ਆ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ PES इज इक्वल टू चेंज इन क्वांटिटी सप्लाई, चेंज मींस डेल्टा ਦੇ ਨਾਲ चेंज डेल्टा QS डिवाइड बाय चेंज इन प्राइस डेल्टा P into price divided by QS means price divided by QS quantity supply ਜਿਹੜੀ ਹੈ ਇਹ ਸਾਡਾ ਹੈ ਫਾਰਮੂਲਾ प्राइस elasticity of supply। एंड इस तो बाद नेक्स्ट है प्राइस इलास्टिसिटी ऑफ सप्लाई है ਜਿਹੜੀ ਉਹ प्राइस इलास्टिसिटी ऑफ डिमांड ਦੀ ਤਰ੍ਹਾਂ ਹੀ 5 ਪਾਰਟਸ ਦੇ ਵਿੱਚ ਡਿਵਾਈਡ ਕੀਤੀ ਜਾਂਦੀ ਆ। ਕਹਿੰਦੇ ਇਲਾਸਟਿਸਿਟੀ ਆਫ ਸਪਲਾਈ ਦੀ ਜਿਹੜੀਆਂ ਡਿਗਰੀਜ਼ ਨੇ 5 ਡਿਗਰੀਜ਼ ਨੇ ਜਿਨ੍ਹਾਂ ਦੇ ਥਰੂ ਆਪਾਂ ਦੇਖ ਸਕਦੇ ਆ कि प्राइस इलास्टिसिटी ऑफ सप्लाई ग्रेटर देन 1 है, इक्वल टू 1 है एंड इक्वल टू 0 है, इन्फिनिटी है या लेस देन 1 है, लेस इलास्टिक है, मोर इलास्टिक है। एस इज इक्वल एस ग्रेटर देन जो 1 होएगी तब की होएगा ग्रेटर देन यूनिटरी इलास्टिसिटी ऑफ सप्लाई होएगी। ठीक है, तो तुसी देख सकते हो इत्थे ग्रेटर देन यूनिटरी प्राइस इलास्टिसिटी ऑफ सप्लाई का मतलब की है कि प्राइस दे विच थोड़ा जिहा चेंज होने दे नाल जिहड़ी सप्लाई है उहदे विच बहुत ज़्यादा चेंज हो जाता है। मतलब जिन्ना प्राइस दे विच चेंज हो जाता है सप्लाई दे नालों उस तो ज़्यादा चेंज होता है। अगर प्राइस 10% इंक्रीज होया है तो जिहड़ी सप्लाई है वो 20% इंक्रीज हो जाएगी। अगर प्राइस 10% डिक्रीज होया है तो सप्लाई 20% डिक्रीज हो जाएगी। दिस इज द ग्रेटर देन यूनिटरी प्राइस इलास्टिसिटी ऑफ सप्लाई। जिवें कि तुसीं इस डायग्राम दे विच देख सकते हो OX अक्ष ते वस्तु दी पूर्ति मींस X गुड दी क्वांटिटी शो कीती हुई है, OY ते प्राइस शो कीता होया है। जिहड़ी अपनी सप्लाई कर्व है SS कर्व है, दिस इज द पॉजिटिव SS कर्व पॉजिटिव सप्लाई कर्व है। ठीक है, ਇਹਦਾ मतलब की है कि प्राइस ਤੇ सप्लाई ਦੇ ਵਿੱਚ पॉजिटिव रिलेशनशिप है। पॉजिटिव रिलेशनशिप मींस एसएस कर्व लेफ्ट राइट अपवर्ड क्यों ਹੁੰਦੀ है कि प्राइस ਵਧਣ ਦੇ ਨਾਲ सप्लाई ਵਧੇਗੀ, प्राइस घटਣ ਦੇ ਨਾਲ सप्लाई घटेगी। दिस इज द नॉर्मल लॉ ऑफ सप्लाई। लेकिन ग्रेटर देन यूनिटरी इलास्टिसिटी ऑफ सप्लाई का मतलब की है कि अगर प्राइस ਤੁਸੀਂ देख सकते हो सप्लाई कर्व एसएस है, अगर इनिशियली जो प्राइस है OP है तो अपनी कितनी क्वांटिटी जी सेल हो रही है, मान लो तुम अज्यूम कर लो OQ क्वांटिटी जिथे X लिखा है तुम मान लो OQ क्वांटिटी की है OP प्राइस से सप्लाई हो रही है। अगर प्राइस इंक्रीज हो जाता है OP तो इंक्रीज होके OP डैश हो जाता है, मींस 10% मान लो प्राइस इंक्रीज हो गया, पहले 10 रुपीज सीगा हुन 20 रुपीज हो गया X गुड दा प्राइस। तो इहदे नाल की हो जाएगी जी अपनी सप्लाई है प्रोड्यूसर के थ्रू इंक्रीज होके OQ तो कितनी हो जाएगी OQ1 हो जाएगी। तो जिन्नी परसेंट प्राइस के विच मींस 10% चेंज होया 10 to 20 एंड जी अपनी सप्लाई और विच 20% चेंज होएगा मींस 20 to 40 हो जाएगी। तो इट्स मींस आपां कह सकते हैं कि जी प्राइस इलास्टिसिटी ऑफ सप्लाई हो क्या ग्रेटर देन किया यूनिटरी इलास्टिसिटी ऑफ सप्लाई है, मींस जिन्ने परसेंट प्राइस दे विच चेंज हुंदा है ओदे नालों ज्यादा चेंज सप्लाई दे विच हो रहा है, मींस सप्लाई की मोर इलास्टिक है एज कंपैरिजन टू प्राइस। तो इसी तरह अगर कीमत दे विच डिक्रीज होएगा तो सप्लाई दे विच उस दे नालों ज्यादा डिक्रीज हो जाएगा। तो दिस इज द ग्रेटर देन यूनिटरी इलास्टिक प्राइस इलास्टिसिटी ऑफ सप्लाई। And the next is less than unitary price elasticity of supply. Price elasticity of supply means price ਦੇ ਵਿੱਚ change ਹੋਣ ਦੇ ਨਾਲ supply ਦੇ ਵਿੱਚ change, and less than unitary elastic means equal to 1 means 1 तो किया less than है price elasticity of supply means जिन्ना
ਪ੍ਰਾਈਸ ਦੇ ਵਿੱਚ ਚੇਂਜ ਹੋ ਰਿਹਾ ਹੈ, ਤਾਂ ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲੋਂ ਜਿਹੜੀ ਆਪਣੀ ਸਪਲਾਈ ਹੈ ਉਹ ਘੱਟ ਚੇਂਜ ਹੋ ਰਹੀ ਹੈ। ਅਗਰ ਪ੍ਰਾਈਸ ਦੇ ਵਿੱਚ 20% ਇਨਕਰੀਜ਼ ਹੋ ਰਿਹਾ ਹੈ ਤਾਂ ਸਪਲਾਈ ਓਨਲੀ 10% ਇਨਕਰੀਜ਼ ਹੋ ਰਹੀ ਹੈ। ਅਗਰ ਪ੍ਰਾਈਸ ਦੇ ਵਿੱਚ 20% ਡਿਕਰੀਜ਼ ਹੋ ਰਿਹਾ ਹੈ ਤਾਂ ਸਪਲਾਈ ਸਿਰਫ 10% ਡਿਕਰੀਜ਼ ਹੋ ਰਹੀ ਹੈ। मतलब एज कंपैरिजन टू प्राइस चेंज हो रहा है, सप्लाई उसके नालों घट चेंज हो रही है। दिस इज द लेस दैन यूनिटरी प्राइस एलास्टिसिटी ऑफ सप्लाई, जिवें कि तुसी डायग्राम दे विच देख सकते हो। OX अक्ष ते क्वांटिटीज ऑफ एक्स गुड दिखाई हुई है, OY ते प्राइस दिखाया हुआ है। तुसी इत्थे देख सकते हो जिहड़ा इनिशियल एसएस कर्व या अपनी सप्लाई कर्व है जो लेफ्ट राइट अपवर्ड है, पॉजिटिव है, पॉजिटिव रिलेशनशिप दिखा रहे हैं बिटवीन द प्राइस एंड सप्लाई। तो तुसी इत्थे देख सकते हो जदों प्राइस अपना ओपीसी एक्स गुड दा उदों क्वांटिटी किसी सप्लाई होने दे लई एक्स गुड दी ओक्यू क्वांटिटी सप्लाई की जाती सी। जदों प्राइस दे विच इंक्रीज हो गया तो प्राइस इंक्रीज होके कितना हो गया, ओपी तो ओपी डैश हो गया, जिसदे नाल क्वांटिटी भी इंक्रीज होके कितनी हो जाएगी, ओक्यू तो ओक्यू 1 हो जाएगी। एज कंपैरिजन प्राइस देख रहे हैं आप, प्राइस से भी चेंज ज्यादा है, प्राइस से भी चेंज पी डैश मतलब ज्यादा है, लेकिन क्वांटिटी दे विच चेंज क्यू तो Q1 तुसी देख सकते हो क्वांटिटी साइड की है घट है, तो कह सकते हैं कि प्राइस के नालों क्वांटिटी घट चेंज हो रही है, तो इट्स मींस लेस दैन यूनिटरी इलास्टिसिटी ऑफ सप्लाई की जी सप्लाई है वो चेंज जो है प्राइस के नालों की हो रहा है घट हो रहा है। एंड द नेक्स्ट इज इकाई लचकदार पूर्ति, जिन्हों पर यूनिटरी प्राइस इलास्टिसिटी ऑफ सप्लाई बोलते हैं। यूनिटरी मीन्स ES इक्वल टू 1, इत्थे लेस दैन यूनिटरी मीन्स ES लेस दैन 1, लेस इलास्टिक। एंड यूनिटरी प्राइस इलास्टिसिटी ऑफ सप्लाई का मतलब की है, यूनिटरी मीन्स इक्वल चेंज बिटवीन द प्राइस एंड सप्लाई, कि प्राइस के विच जिन्ना चेंज हो रहा है सप्लाई दे विच भी उन्ना ही चेंज हो रहा है। जिवें कि तुसी देख सकते हो OX अक्ष ते जिवें कि प्राइस 10% इंक्रीज, अपनी सप्लाई भी 10% इंक्रीज। अगर प्राइस 10% डिक्रीज देन सप्लाई भी 10% डिक्रीज। दिस इज द यूनिटरी प्राइस इलास्टिसिटी ऑफ सप्लाई। तुसी डायग्राम में देख सकते हो OX अक्ष ते क्वांटिटी ऑफ एक्स गुड है एंड OY ते प्राइस ऑफ एक्स गुड है, ठीक है। एंड SS कर्व की लेफ्ट राइट वर्ड है जो 45 डिग्री ते है, रेक्टेंगुलर हाइपरबोला है, तो इट्स मींस इक्वल चेंज है। तो तुसी इत्थे देख सकते हो जो प्राइस OP है तो क्वांटिटी कितनी सप्लाई हो रही है एक्स गुड की, ओ क्यू क्वांटिटी जी एक्स गुड की सप्लाई हो रही है। जो प्राइस के विच इंक्रीज होया, प्राइस इंक्रीज हो गया कितना हो गया, ओपी तो ओपी डैश हो गया, तो इस दे नाल जिहड़ी अपनी क्वांटिटी वो भी इंक्रीज होके ओक्यू तो ओक्यू डैश हो जाएगी। तो प्राइस के विच जिहड़ा चेंज है मान लो 10% है, पी तो पी डैश, ठीक है, उन्ना ही चेंज अपनी सप्लाई दे विच होएगा, सप्लाई ही भी उन्नी ही इंक्रीज होएगी जिन्ना प्राइस चेंज होया है। क्यू तो क्यू डैश मींस अगर प्राइस के विच 10% चेंज तो अपनी सप्लाई दे विच भी 10% चेंज होएगा। तो 10% मींस चेंज इन क्वांटिटी डिवाइड बाय चेंज इन प्राइस, 10% डिवाइड बाय 10% इक्वल टू 1। ता इलास्टिसिटी ऑफ सप्लाई है जेडी इत्थे की हो जाएगी इक्वल टू 1 हो जाएगी, यूनिटरी इलास्टिक सप्लाई हो जाएगी। एंड द नेक्स्ट इज पूर्ण बेलचकदार पूर्ति। पूर्ण बेलचकदार पूर्ति का मतलब की है परफेक्टली इन इलास्टिक प्राइस, परफेक्टली इन इलास्टिक प्राइस इलास्टिसिटी ऑफ सप्लाई। परफेक्टली इन इलास्टिक का मतलब की होता है कि प्राइस का सप्लाई ते कोई भी अफेक्ट नहीं पैंदा है। प्राइस के विच चाहे इंक्रीज होवे, प्राइस के विच चाहे डिक्रीज होवे, लेकिन अपनी सप्लाई उन्नी ही रहेगी। अगर प्राइस के विच 10% इंक्रीज हो गया तब भी सप्लाई अपनी 50 किसी भी एक्स गुड दी 50 क्वांटिटीज ही सप्लाई करते हैं आप। अगर प्राइस डिक्रीज हो गया तब भी एक्स कमोडिटी दियां 50 क्वांटिटीज ही आप सप्लाई करते हैं। मतलब प्राइस के विच चाहे इंक्रीज चाहे डिक्रीज जो अपनी सप्लाई ते कोई भी इफेक्ट नहीं पैंदा, तद अपनी पूर्ण बेलचकदार पूर्ति हुंदी है।
ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਕੁਆਂਟੀਟੀ ਆਫ X ਗੁੱਡ ਹੈ ਐਂਡ OY ਤੇ ਪ੍ਰਾਈਸ ਆਫ X ਗੁੱਡ ਹੈ एंड जी अपनी सप्लाई कर्व है दिस इज द SS इज अ सप्लाई कर्व जो कि परफेक्टली इन इलास्टिक है पूर्ण वे लचकदार है मतलब सप्लाई अपनी कांस्टेंट है सप्लाई दे विच किसी भी तरह का चेंज नहीं हुंदा प्रोड्यूसर्स ते जेडे बिजनेसमैन ने उन्नी ही क्वांटिटी जेडी ओ एक्स गुड दी प्रोड्यूस करते ने इनिशियल प्राइस ओपी है एंड क्वांटिटी ओक्यू है मींस 50 गुड्स की प्रोडक्शन हो रही है 50 गुड्स सप्लाई हो रही है अगर प्राइस इंक्रीज हो रहा है पी तो पी डैश तो इट्स मीन सप्लाई तो इंक्रीज होनी चाहिए लेकिन इतनी सप्लाई किया कांस्टेंट है सप्लाई ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋ ਰਿਹਾ ਸਪਲਾਈ 50 ਗੁੱਡਸ ਦੀ ਹੋ ਰਹੀ ਹੈ ਮਤਲਬ ਕੀ ਹੈ O Q ਹੀ ਸਪਲਾਈ ਹੈ ਪ੍ਰਾइस इंक्रीज ਹੋਣ ਤੇ ਵੀ P ਤੋਂ P ਡੈਸ਼ ਹੋਣ ਤੇ ਵੀ ਅਗਰ ਪ੍ਰਾइस डिक्रीज हो रहा मतलब P तो P डबल डैश हो रहा तब भी सप्लाई O Q ही है सप्लाई ਦੇ ਵਿੱਚ ਕੋਈ ਵੀ चेंज नहीं हो रहा ठीक है सप्लाई कांस्टेंट है प्राइस चाहे इंक्रीज हो चाहे डिक्रीज हो दिस इज द परफेक्टली इन इलास्टिक सप्लाई ऑफ एक्स गुड ये सीगी अपनी 5 टाइप्स जो तुसी इस डायग्राम ਦੇ ਵਿੱਚ देख सकते हो ठीक है ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਆਪਣੀ ਸਪਲਾਈ ਹੈ ਇਲਾਸਟਿਸਿਟੀ ਆਫ ਸਪਲਾਈ ਉਹ ES ਦੇ ਨਾਲ ਡਿਨੋਟ ਹੁੰਦੀ ਆ ਤਾਂ ਫਰਸਟ ਫਿਗਰ ਦੇ ਵਿੱਚ ਕੀ ਆ ਜਿਹੜੀ elasticity of supply है ES greater than 1 है price elasticity of supply greater than 1 है ਤਾਂ ਇਟਸ ਮੀਨਸ ਜਿੰਨਾ ਚੇਂਜ ਪ੍ਰਾਈਸ ਦੇ ਵਿੱਚ ਹੋ ਰਿਹਾ ਹੈ ਉਸ ਦੇ ਨਾਲੋਂ ਸਪਲਾਈ ਜ਼ਿਆਦਾ ਹੋ ਰਹੀ ਹੈ ਮੀਨਸ ਸਪਲਾਈ ਤੇ ਪ੍ਰਾਈਸ ਦਾ ਇਫੈਕਟ ਜ਼ਿਆਦਾ ਪੈ ਰਿਹਾ ਤਾਂ ਤੁਸੀਂ ਫਰਸਟ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਤੇ ਸਪਲਾਈ ਦਿਖਾਈ ਹੋਈ ਹੈ OY ਤੇ ਪ੍ਰਾਈਸ ਦਿਖਾਇਆ ਹੋਇਆ ਹੈ ਤੇ ਗ੍ਰੇਟਰ ਦੈਨ ਯੂਨਿਟਰੀ प्राइस इलास्टिसिटी ऑफ सप्लाई है प्राइस का सप्लाई पे ज्यादा इफेक्ट पै रहा है S1 इज अ सप्लाई कर्व जो लेफ्ट राइट की अपवर्ड है पॉजिटिव है ਤਾਂ ਜਦੋਂ ਪ੍ਰਾਈਸ OA ਸੀਗਾ ਆਪਣੀ ਜਿਹੜੀ ਸਪਲਾਈ ਸੀਗੀ OB ਸੀ ਜਦੋਂ ਪ੍ਰਾਈਸ ਇਨਕਰੀਜ਼ ਹੋ ਕੇ OA ਤੋਂ OC ਹੋ ਗਿਆ ਮੀਨਸ AC ਪ੍ਰਾਈਸ ਇਨਕਰੀਜ਼ ਤਾਂ ਉਹਦੇ ਨਾਲ ਕੁਆਂਟੀਟੀ ਇਨਕਰੀਜ਼ ਹੋ ਕੇ ਸਪਲਾਈ ਇਨਕਰੀਜ਼ ਹੋ ਕੇ OB ਤੋਂ OD हो जाएगी मींस BD सप्लाई इंक्रीज हो जाएगी अगर कंपेयर करिए तो AC सप्लाई की प्राइस की है घट है तो उसके कंपैरिजन BD सप्लाई की है ज्यादा है प्राइस घट इंक्रीज हो सप्लाई ज्यादा इंक्रीज होगी तो इट्स मींस ग्रेटर देन यूनिटरी मींस ग्रेटर देन 1 है इलास्टिसिटी ऑफ सप्लाई दूसरी डायग्राम ਦੇ ਵਿੱਚ ਤੁਸੀਂ ਦੇਖ ਸਕਦੇ ਹੋ ES equal to 1 ਹੈ ਮੀਨਸ ਯੂਨਿਟਰੀ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਕਿ ਜਿੰਨੇ ਪਰਸੈਂਟ ਚੇਂਜ ਪ੍ਰਾਈਸ ਦੇ ਵਿੱਚ ਹੋ ਰਿਹਾ ਹੈ ਉਹਨੇ ਪਰਸੈਂਟ ਹੀ ਆਪਣੀ ਸਪਲਾਈ ਚੇਂਜ ਹੋ ਰਹੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ S2 ਡਾਇਗਰਾਮਸ ਜੋ ਲੈਫਟ ਰਾਈਟ ਅਪਵਰਡ ਹੈ ਸਪਲਾਈ ਕਰਵ S2 ਸੈਕੰਡ ਡਾਇਗਰਾਮ ਦੇ ਵਿੱਚ OX ਤੇ ਸਪਲਾਈ ਐਂਡ OY ਤੇ ਪ੍ਰਾਈਸ ਸ਼ੋ ਕੀਤਾ ਹੋਇਆ ਹੈ ਜਿਹੜੀ ਆਪਣੀ ਇਨੀਸ਼ੀਅਲ ਪ੍ਰਾਈਸ ਹੈ OA ਤੇ ਜਿਹੜੀ ਆਪਣੀ ਕੁਆਂਟੀਟੀ ਹੈ OB ਆਪਾਂ ਸਪਲਾਈ ਕਰਦੇ ਹਾਂ ਜਦੋਂ ਪ੍ਰਾਈਸ ਦੇ ਵਿੱਚ ਇਨਕਰੀਜ਼ OC ਤਾਂ ਆਪਣੀ ਕੁਆਂਟੀਟੀ ਵੀ ਇਨਕਰੀਜ਼ ਹੋ ਕੇ OB ਤੋਂ BD ਹੋ ਜਾਂਦੀ ਹੈ ਮਤਲਬ ਜਿੰਨਾ ਪ੍ਰਾਈਸ ਦੇ ਵਿੱਚ ਚੇਂਜ ਹੈ AC ਚੇਂਜ ਮੀਨਸ 10% ਉਨਾ ਹੀ ਸਪਲਾਈ ਵੀ ਇਨਕਰੀਜ਼ ਹੋਏਗਾ BD ਤਾਂ AC ਇਕੁਅਲ ਟੂ ਕੀ ਹੈ BD ਹੈ ਤਾਂ ਇਲਾਸਟਿਸਿਟੀ ਆਫ ਸਪਲਾਈ ਕੀ ਇਕੁਅਲ ਟੂ 1 ਹੈ and third diagram ਦੇ ਵਿੱਚ ਕੀ ਆ ES less than 1 means elasticity of supply less than 1 ਹੈ ਜਿੰਨੇ ਪਰਸੈਂਟ ਪ੍ਰਾਈਸ ਦੇ ਵਿੱਚ ਚੇਂਜ ਹੋ ਰਿਹਾ ਹੈ ਉਸ ਦੇ ਨਾਲੋਂ ਸਪਲਾਈ ਦੇ ਵਿੱਚ ਘੱਟ ਚੇਂਜ ਹੋ ਰਿਹਾ ਅਤੇ OX ਤੇ ਸੇਮ ਸਪਲਾਈ ਤੇ OY ਤੇ ਪ੍ਰਾਈਸ ਦਿਖਾਇਆ ਹੋਇਆ ਹੈ ਤੇ ਜਿਹੜੀ ਆਪਣੀ ਸਪਲਾਈ ਕਰਵ ਹੈ ਦਿਸ ਇਜ਼ ਦਾ S3 ठीक है एंड जो प्राइस OA ਸੀਗਾ अपनी सप्लाई OB ਸੀ ਜਦੋਂ प्राइस इंक्रीज होके OA तो OC हो गया ਤਾਂ ਸਪਲਾਈ ਵੀ ਇੰਕਰੀਜ਼ ਹੋਈ ਲੇਕਿਨ ਪ੍ਰਾਈਸ ਦੇ ਨਾਲੋਂ ਘੱਟ ਤਾਂ ਸਪਲਾਈ ਦੇ ਵਿੱਚ ਇੰਕਰੀਜ਼ BD ਹੋਇਆ ਹੈ ਤਾਂ ਇੱਥੇ ਕੀ ਹੈ AC ਗ੍ਰੇਟਰ ਦੈਨ BD ਹੈ ਤਾਂ ਇਟਸ ਮੀਨਸ ਪ੍ਰਾਈਸ ਦੇ ਵਿੱਚ ਜਿੰਨਾ ਚੇਂਜ ਹੋਇਆ ਸਪਲਾਈ ਦੇ ਵਿੱਚ ਉਨਾ ਚੇਂਜ ਨਹੀਂ ਹੋਇਆ ਇਲਾਸਟਿਸਿਟੀ ਆਫ ਸਪਲਾਈ ਕੀ ਹੈ ਲੈਸ ਦੈਨ 1 ਹੈ ਐਂਡ ਤੁਸੀਂ फोर्थ डायग्राम ਦੇ ਵਿੱਚ ਦੇਖ ਸਕਦੇ ਹੋ इलास्टिसिटी ऑफ सप्लाई किया इक्वल टू 0 है मतलब प्राइस चाहे इंक्रीज चाहे डिक्रीज लेकिन अपनी सप्लाई पे कोई भी इफेक्ट नहीं पै रहा सप्लाई अपनी कांस्टेंट है फोर्थ डायग्राम ਦੇ ਵਿੱਚ OX ਅਕਸ ਤੇ सप्लाई लीती हुई है OY एक्सिस ਤੇ अपनी जो है प्राइस लीती हुई है सप्लाई अपनी कितनी है S4 कर्व इज द सप्लाई कर्व सप्लाई अपनी कांस्टेंट है OD इज द सप्लाई ਜਦੋਂ ਕਹਿੰਦੇ ਪ੍ਰਾਈਸ OA ਸੀਗਾ ਉਦੋਂ ਵੀ ਸਪਲਾਈ OD ਸੀਗੀ ਜਦੋਂ ਪ੍ਰਾਈਸ OA ਤੋਂ ਇਨਕਰੀਜ਼ ਹੋ ਕੇ OC ਹੋ ਗਿਆ ਉਦੋਂ ਵੀ ਸਪਲਾਈ OD ਹੀ ਹੈ ਸਪਲਾਈ ਦੇ ਵਿੱਚ ਕੋਈ ਵੀ ਇਨਕਰੀਜ਼ ਡਿਕਰੀਜ਼ ਨਹੀਂ ਹੋਇਆ ਹੈ then elasticity of supply is equal to 0 supply की है constant है
एंड फिफ्थ डायग्राम ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ elasticity of supply ਹੈ equal to infinity है मतलब ਕੀ ਹੈ ਸਪਲਾਈ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਹੈ ਅਗਰ ਪ੍ਰਾਈਸ ਦੇ ਵਿੱਚ ਸਲਾਈਟਲੀ ਜਿਹਾ ਚੇਂਜ ਹੋ ਰਿਹਾ ਤੁਸੀਂ ਤੇ ਦੇਖ ਸਕਦੇ ਹੋ ਅਗਰ ਪ੍ਰਾਈਸ ਸਲਾਈਟਲੀ ਜਿਹਾ ਇਨਕਰੀਜ਼ ਤਾਂ ਜਿਹੜੀ ਆਪਣੀ ਸਪਲਾਈ ਹੈ ਇਨਫਿਨਿਟੀ ਤੱਕ ਪਹੁੰਚ ਜਾਏਗੀ ਅਗਰ ਪ੍ਰਾइस ਸਲਾਈਟਲੀ ਜਿਹਾ ਡਿਕਰੀਜ਼ ਤਾਂ ਜਿਹੜੀ ਸਪਲਾਈ ਹੈ ਜ਼ੀਰੋ ਤੱਕ ਪਹੁੰਚ ਜਾਏਗੀ तद की ਇੱਥੇ ਕੀ ਆ ਆਪਣੀ elasticity of supply ਕੀ equal to infinity है this is the 5 degrees of price elasticity of supply ਜੋ ਸਾਨੂੰ ਸਪਲਾਈ ਤੇ ਪ੍ਰਾਈਸ ਦੇ ਵਿੱਚ ਰਿਲੇਸ਼ਨ ਦੱਸਦੀਆਂ ਨੇ ਕਿ ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲ ਸਪਲਾਈ ਸਾਡੀ ਕਿਸ ਤਰ੍ਹਾਂ ਚੇਂਜ ਹੋਏਗੀ ਮੋਰ ਇਲਾਸਟਿਕ ਹੋਏਗੀ ਲੈਸ ਇਲਾਸਟਿਕ ਹੋਏਗੀ ਇਕੁਅਲ ਟੂ ਹੋਏਗੀ ਠੀਕ ਹੈ ਜਾਂ ਫਿਰ ਜ਼ੀਰੋ ਹੋਏਗੀ ਜਾਂ ਇਨਫਿਨਿਟੀ ਹੋਏਗੀ ਐਂਡ ਪੂਰਤੀ ਦੀ ਕੀਮਤ ਲਚਕ ਨੂੰ ਮਾਪਣ ਦੀਆਂ ਵਿਧੀਆਂ ਜਿਹੜੀ ਆਪਣੀ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਹੈ ਇਹਨੂੰ ਮੈਜ਼ਰ ਕਰਨ ਦੀਆਂ ਟੂ ਮੈਥਡਸ ਨੇ ਮੈਜ਼ਰ ਕਰਨ ਦੇ ਤਾਂ ਉਹ ਕਿਹੜੇ ਨੇ ਫਰਸਟ ਇਜ਼ प्रतिशत ਜਾਂ ਅਨੁਪਾਤਕ ਵਿਧੀ ਜਿਹਨੂੰ ਆਪਾਂ ਪਰਸੈਂਟੇਜ ਮੈਥਡ ਬੋਲਦੇ ਆ ਠੀਕ ਹੈ ਪ੍ਰੋਪੋਰਸ਼ਨਲ ਜਾਂ ਪਰਸੈਂਟੇਜ ਮੈਥਡ ਬੋਲਦੇ ਆ ਐਂਡ ਦਾ ਸੈਕੰਡ ਇਜ਼ ਜਮਾਇਤੀ ਜਾਂ ਬਿੰਦੂ ਵਿਧੀ ਜਿਹਨੂੰ ਆਪਾਂ ਪੁਆਇੰਟ ਮੈਥਡ ਬੋਲਦੇ ਦਿਸ ਇਜ਼ ਦਾ ਟੂ ਮੈਥਡ ਟੂ ਮੈਜ਼ਰ ਦਾ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਤਾਂ ਇਹਨਾਂ ਨੂੰ ਵਨ ਬਾਈ ਵਨ ਆਪਾਂ ਦੇਖਦੇ ਤਾਂ ਫਰਸਟ ਮੈਥਡ ਹੈ ਆਪਣਾ ਪ੍ਰਤੀਸ਼ਤ ਦਾ ਜਾਂ ਅਨੁਪਾਤਕ ਵਿਧੀ ਜਿਹਨੂੰ ਆਪਾਂ ਪਰਸੈਂਟੇਜ ਜਾਂ ਪ੍ਰੋਪੋਰਸ਼ਨਲ ਮੈਥਡ ਬੋਲਦੇ ਆ ਤਾਂ ਇਹ ਕੀ ਹੁੰਦਾ ਹੈ परसेंटेज मैथड सानू दसदा है कि इस विच पूर्ति विच होने वाले प्रतिशत परिवर्तन नु कीमत विच होने वाले प्रतिशत परिवर्तन नाल भाग कर दिता जाता है जदों कहंदे आपां जेड़ा है परसेंटेज चेंज इन क्वांटिटी डिमांड नु परसेंटेज चेंज इन प्राइस दे नाल डिवाइड करांगे तो दिस इज कॉल्ड परसेंटेज मैथड जिहदे थ्रू आपां जेड़ी है इलास्टिसिटी ऑफ सप्लाई नु मेजर कर सकते ਤਾਂ ਪ੍ਰਤੀਸ਼ਤ ਵਿਧੀ ਪਰਸੈਂਟੇਜ ਮੈਥਡ ਦੇ ਥਰੂ ਆਪਾਂ ਕੀ ਕਰ ਸਕਦੇ ਆ ਦੋਨਾਂ ਨੂੰ ਡਿਵਾਈਡ ਕਰਕੇ ਕੁਆਂਟੀਟੀ ਐਂਡ ਪ੍ਰਾਈਸ ਨੂੰ ਜੋ ਵੀ ਇਲਾਸਟਿਸਿਟੀ ਆਪਾਂ ਨੂੰ ਮੈਜ਼ਰ ਕਰ ਸਕਦੇ ਦਿਸ ਇਜ਼ ਕਾਲਡ ਪਰਸੈਂਟੇਜ ਐਂਡ ਪ੍ਰੋਪੋਰਸ਼ਨਲ ਮੈਥਡ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਦਿਸ ਇਜ਼ ਦਾ ਫਰਸਟ ਮੈਥਡ ਪੂਰਤੀ ਦੀ ਕੀਮਤ ਲੋਚ ਜਿਵੇਂ ਕਿ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਇਕੁਅਲ ਟੂ ਪੂਰਤੀ ਵਿੱਚ ਅਨੁਪਾਤਕ ਜਾਂ ਪ੍ਰਤੀਸ਼ਤ ਪਰਿਵਰਤਨ ਕਿ ਪੂਰਤੀ ਵਿੱਚ ਮੀਨ ਸਪਲਾਈ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਹੋਇਆ ਹੈ ਡਿਵਾਈਡ ਬਾਈ कीमत विच अनुपातक ਜਾਂ प्रतिशत परिवर्तन की कीमत ਦੇ ਵਿੱਚ ਕਿੰਨੇ प्रतिशत ਚੇਂਜ ਹੋਇਆ ਹੈ ਤਾਂ ਇਕੁਅਲ ਟੂ ਇੱਥੇ ਨੀਚੇ ਦੇਖ ਸਕਦੇ ਹੋ ਮਾਈਨਸ ਪੂਰਤੀ ਵਿੱਚ ਪਰਿਵਰਤਨ ਡਿਵਾਈਡ ਬਾਈ ਮੁੱਢਲੀ ਪੂਰਤੀ ਤਾਂ ਚੇਂਜ ਇਨ ਕੁਆਂਟੀਟੀ ਆਪਾਂ ਕਿੱਦਾਂ ਕੱਢ ਸਕਦੇ ਆ ਪੂਰਤੀ ਵਿੱਚ ਪਰਿਵਰਤਨ ਮੀਨਸ ਕੀ ਆ ਡੈਲਟਾ S this is a delta is a change S is a supply change in supply ਤਾਂ ਕਿੱਦਾਂ ਕਰ ਸਕਦੇ ਆਪਾਂ ਪਹਿਲਾ ਵਾਲੀ ਸਪਲਾਈ ਮਾਈਨਸ ਹੁਣ ਵਾਲੀ ਸਪਲਾਈ ਦੇ ਵਿੱਚੋਂ ਪਹਿਲਾ ਵਾਲੀ ਸਪਲਾਈ ਮਾਈਨਸ ਕਰਾਂਗੇ this is the change in supply ਐਂਡ ਉਸੇ ਤਰ੍ਹਾਂ ਹੀ ਕੀਮਤੀ ਵਿੱਚ ਪਰਿਵਰਤਨ ਮੀਨਸ ਡੈਲਟਾ P change in P ਕਿੱਦਾਂ ਕਰ ਸਕਦੇ ਆ ਹੁਣ ਵਾਲਾ ਪ੍ਰਾਈਸ ਇਸ ਮਾਈਨਸ ਪਹਿਲਾ ਵਾਲਾ ਪ੍ਰਾਈਸ ਹੁਣ ਵਾਲੇ ਪ੍ਰਾਈਸ ਤੋਂ ਵਿੱਚੋਂ ਪਹਿਲਾ ਵਾਲਾ ਪ੍ਰਾਈਸ ਮਾਈਨਸ ਕਰਾਂਗੇ this is the delta P ਜਿਸ ਦੇ ਥਰੂ ਆਪਾਂ ਚੇਂਜ ਇਨ ਪ੍ਰਾਈਸ ਕੱਢ ਸਕਦੇ ਆ ਡਿਵਾਈਡ ਬਾਈ P ਮੀਨਸ ਮੁੱਢਲਾ ਪ੍ਰਾਈਸ ਜਦੋਂ ਆਪਾਂ ਇਹਨਾਂ ਦੇ ਨਾਲ ਡਿਵਾਈਡ ਕਰਾਂਗੇ ਤਾਂ ਕੀ ਆਏਗਾ PED ਮੀਨਸ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਇਜ਼ ਇਕੁਅਲ ਟੂ ਮਾਈਨਸ डेल्टा S डिवाइड बाय S चेंज इन सप्लाई डिवाइड बाय इनिशियल सप्लाई जो पहला सप्लाई सी डिवाइड बाय चेंज इन P चेंज इन प्राइस ਦੇ ਵਿੱਚ ਕਿੰਨਾ ਚੇਂਜ ਹੋਇਆ ਹੈ ਡਿਵਾਈਡ ਬਾਈ P ਮੀਨਸ ਇਨੀਸ਼ੀਅਲ ਪ੍ਰਾਈਸ ਠੀਕ ਹੈ ਤਾਂ ਕੀ ਆ ਜਾਏਗਾ PES डेल्टा QS ਮੀਨਸ ਚੇਂਜ ਇਨ ਕੁਆਂਟੀਟੀ ਸਪਲਾਈ डिवाइड बाय चेंज इन प्राइस इनटू इनिशियल प्राइस डिवाइड बाय इनिशियल सप्लाई ਤਾਂ ਫਿਰ ਤੁਸੀਂ ਇੱਕ ਐਗਜ਼ਾਮਪਲਸ ਦੇ ਥਰੂ ਦੇਖ ਸਕਦੇ ਹੋ ਆਪਾਂ ਕੱਢ ਸਕਦੇ ਹਾਂ ਨੂੰ ਤਾਂ ਦੇਖਦੇ ਆਪਾਂ ਕਿ ਕਿੱਦਾਂ ਕੱਢਾਂਗੇ ਜਿਵੇਂ ਕਿ ਵਸਤੂ ਦੀ ਕੀਮਤ ਇਨ ਰੁਪੀਸ ਦੇ ਵਿੱਚ ਹੈ ਐਂਡ ਵਸਤੂ ਦੀ ਪੂਰਤੀ ਇਕਾਈਆਂ ਦੇ ਵਿੱਚ ਹੈ ਇਨ ਰੁਪੀਸ ਦੇ ਵਿੱਚ ਪ੍ਰਾਈਸ ਹੈ ਐਂਡ ਇਨ ਯੂਨਿਟਸ ਦੇ ਵਿੱਚ ਕੁਆਂਟੀਟੀ ਹੈ ਤਾਂ ਮੰਨ ਲਓ ਕੋਈ ਵੀ ਐਕਸ ਗੁੱਡ ਹੈ ਐਕਸ ਗੁੱਡ ਦਾ ਜਿਹੜਾ ਪ੍ਰਾਈਸ ਹੈ ਇਨੀਸ਼ੀਅਲੀ ਕੀ ਹੈ 3 ਰੁਪੀਸ ਹੈ ਐਕਸ ਗੁੱਡ ਨੂੰ 3 ਰੁਪੀਸ ਦੇ ਵਿੱਚ ਆਪਾਂ ਜਦੋਂ 3 ਰੁਪੀਸ ਹੈ ਪ੍ਰਾਈਸ ਐਕਸ ਗੁੱਡ ਦਾ ਤਾਂ 10 ਕੁਆਂਟੀਟੀਜ਼ ਆਪਾਂ ਸਪਲਾਈ ਕਰਦੇ ਹਾਂ ਜਦੋਂ ਐਕਸ ਗੁੱਡ ਦਾ ਪ੍ਰਾਈਸ ਇਨਕਰੀਜ਼ ਹੋ ਜਾਂਦਾ ਹੈ 3 to 5 ਮੀਨਸ 2% ਜਿਹੜਾ ਪ੍ਰਾਈਸ ਇਨਕਰੀਜ਼ ਹੋ ਗਿਆ ਤਾਂ ਕੁਆਂਟੀਟੀ ਇਨਕਰੀਜ਼ ਹੋ ਕੇ ਕੀ ਹੋ ਜਾਂਦੀ ਹੈ 10 to 20 ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਇਨੀਸ਼ੀਅਲ ਪ੍ਰਾਈਸ ਕੀ ਹੈ 3 ਰੁਪੀਸ ਹੈ ਇਨੀਸ਼ੀਅਲ ਕੁਆਂਟੀਟੀ ਕੀ ਹੈ 10 ਰੁਪੀਸ ਹੈ ਦੈਨ ਫਾਰਮੂਲੇ ਦੇ ਵਿੱਚ S ਦੀ ਜਗ੍ਹਾ ਤੇ ਤੁਸੀਂ ਕੀ ਹੈ ਸਿੰਪਲ S ਦੀ ਜਗ੍ਹਾ ਤੇ 20 ਪੁੱਟ ਕਰ ਦੋ 10 ਪੁੱਟ ਕਰ ਦੋਗੇ ਐਂਡ ਸਿੰਪਲ P ਦੀ ਜਗ੍ਹਾ ਤੇ ਤੁਸੀਂ 3 ਪੁੱਟ ਕਰ ਦੋਗੇ ਇਨੀਸ਼ੀਅਲ ਪ੍ਰਾਈਸ ਤੇ ਇਨੀਸ਼ੀਅਲ ਸਪਲਾਈ ਪੁੱਟ ਕਰ ਦੋਗੇ ਐਂਡ ਉਸ ਤੋਂ ਬਾਅਦ ਰਹਿ ਕੇ ਗਿਆ ਚੇਂਜ ਇਨ ਸਪਲਾਈ ਐਂਡ ਚੇਂਜ ਇਨ ਪ੍ਰਾਈਸ ਤਾਂ ਚੇਂਜ ਇਨ ਸਪਲਾਈ ਕਿੱਦਾਂ ਕੱਢੋਗੇ अपनी खून वाली सप्लाई मीन्स 20 एंड पहला वाली सप्लाई मीन्स 10 20 माइनस 10 इज इक्वल टू 10 तो 10 हो गया अपना चेंज इन सप्लाई देन
डेल्टा एस की जगह तुसी की कर दोगे 10 फिल कर दोगे एंड उस तो बाद चेंज इन प्राइस कितना है अपना 5 माइनस 3 हुन वाला प्राइस 5 एंड पहला वाला प्राइस 3 5 माइनस 3 इज इक्वल टू 2 द 2 कितना है प्राइस इंक्रीज होया है द चेंज इन प्राइस इज इक्वल टू 2 द पहला कितना सी 3 देन तुसी 10 जो चेंज इन सप्लाई है 10 डिवाइड बाय किया 10 इज इक्वल टू 1 आ जाएगा एंड चेंज इन प्राइस मींस 5 2 डिवाइड बाय 3 ਤਾਂ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ ਤਾਂ ਤੁਹਾਡਾ ਜੋ ਵੀ ਹੋਏਗਾ ਉਹ ਕੀਆ ਨਿਕਲ ਆਏਗਾ ਤਾਂ ਇਸ ਤਰ੍ਹਾਂ ਪਰਸੈਂਟੇਜ ਮੈਥਡ ਦੇ ਥਰੂ ਆਪਾਂ ਪ੍ਰਾਈਸ ਇਲਾਸਟਿਸਿਟੀ ਜਿਹੜੀ ਸਪਲਾਈ ਹੈ ਉਹਨੂੰ ਦੇਖ ਸਕਦੇ ਹਾਂ ਐਂਡ ਦ ਨੈਕਸਟ ਇਜ਼ ਪੁਆਇੰਟ ਮੈਥਡ ਜਿਹਨੂੰ ਆਪਾਂ ਬਿੰਦੂ ਵਿਧੀ ਵੀ ਕਹਿੰਦੇ ਆ ਕਹਿੰਦੇ ਇਸ ਵਿਧੀ ਅਨੁਸਾਰ ਪੂਰਤ ਦੀ ਕੀਮਤ ਲੋਚ ਕਿਸੇ ਵੀ ਸਿੱਧੀ ਰੇਖਾ ਪੂਰਤੀ ਵਕਰ ਦੇ ਸ਼ੁਰੂਆਤੀ ਬਿੰਦੂ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ मतलब जी अपनी सप्लाई कर्व है वो डिफरेंट पॉइंट्स से जी अपना इलास्टिसिटी ऑफ सप्लाई उन्होंने किया चेक कर सकते हैं जिवें कि अपने डिमांड के अपर पोर्शन ते लोअर पोर्शन की गल की सी लोअर पोर्शन डिवाइड बाय अपर पोर्शन इस तरह जी अपनी सप्लाई है उससे भी आप जी इलास्टिसिटी है प्राइस इलास्टिसिटी ऑफ सप्लाई उन्होंने देख सकते हैं कि इलास्टिसिटी कितनी है थ्रू द जी सप्लाई कर्व है वो डिफरेंट पॉइंट्स से डिफरेंट इलास्टिसिटी चेक कर सकते हैं तो इतने तुम देख सकते हो अगर ई एस इज इनडिफाइंड है मतलब इलास्टिसिटी ऑफ जी सप्लाई कर्व है वो इनडिफाइंड है मतलब एक्स एक्सिस अपना एक्स एक्सिस से पैरेलल है तब परफेक्टली इलास्टिक है अपनी सप्लाई कर्व अगर ई एस इलास्टिसिटी ऑफ सप्लाई इक्वल टू 0 है तब परफेक्टली इन इलास्टिक है मतलब सप्लाई कांस्टेंट है सप्लाई पे कोई भी इफेक्ट नहीं पै रहा तब वाई एक्सिस से पैरेलल होएगी सप्लाई अगर इलास्टिसिटी ऑफ सप्लाई ग्रेटर देन 1 है तो इट्स मींस इलास्टिक सप्लाई है अगर इलास्टिसिटी ऑफ सप्लाई लेस देन 1 है तो इट्स मींस इन इलास्टिक सप्लाई है अगर इलास्टिसिटी ऑफ सप्लाई ई एस इक्वल टू 1 है तो इट्स मींस यूनिटरी इलास्टिक सप्लाई है तो ਤੁਸੀਂ डिफरेंट ਜਿਹੜੀਆਂ स्लोप्स ने सप्लाई कर्व्स ਦੀਆਂ ਉਹਨਾਂ ਦੇ ਥਰੂ ਵੀ ਆਪਣੀ ਜਿਹੜੀ ਇਲਾਸਟਿਸਿਟੀ ਉਹਨੂੰ ਚੈੱਕ ਕਰ ਸਕਦੇ ਹੋ ਜਿਵੇਂ ਕਿ ਇੱਥੇ ਡਿਫਰੈਂਟ ਸਲੋਪਸ ਨੇ टोटल 5 स्लोप्स ने जी इलास्टिसिटी ऑफ सप्लाई दिया जो 5 डिग्रीज ने इलास्टिसिटी ऑफ सप्लाई दिया उन्होंने डिस्क्राइब कर दस रही ने तो इतने 5 स्लोप्स ने फर्स्ट है S0 सेकंड S1 थर्ड S2 एंड फिर S3 एंड फिर S4 तो डिफरेंट ਜਿਹੜੀਆਂ ਆਪਣੀਆਂ ਸਪਲਾਈ ਕਰਵਸ ਨੇ ਇਹਨਾਂ ਦੇ ਥਰੂ ਆਪਾਂ ਇਲਾਸਟਿਸਿਟੀ ਦੇਖਾਂਗੇ ਕਿਉਂਕਿ ਸਪਲਾਈ ਕਰਵਸ ਵੀ ਕੀ ਨੇ ਮੋਰ ਇਲਾਸਟਿਕ ਲੈਸ ਇਲਾਸਟਿਕ ਨੇ ਠੀਕ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਵਿੱਚ OX ਅਕਸ਼ ਤੇ X ਗੁੱਡ ਦੀ ਕੁਆਂਟੀਟੀ ਦਿਖਾਈ ਹੋਈ ਹੈ ਐਂਡ OY ਤੇ ਪ੍ਰਾਈਸ ਦਿਖਾਇਆ ਹੋਇਆ ਹੈ ਤਾਂ ਇੱਥੇ ਜਿਹੜੀ ਫਰਸਟ ਕਰਵ ਹੈ that is a S0 is a सप्लाई कर्व ठीक है जो की शो कर रही है जिथे प्राइस इलास्टिसिटी ऑफ सप्लाई के इक्वल टू इनफिनिटी है तो S0 कर्व है जी साडी वो की है एक्स एक्सिस से पैरेलल है वो सानू दस रही है कि जरा सप्लाई है वो एकदम बहुत ज्यादा इंक्रीज हो जाती है इनफिनिटी तक पहुंच जाती है जब बहुत ज्यादा डिक्रीज हो जाती है जबकि प्राइस की है कांस्टेंट है तब किया जी अपनी सप्लाई कर्व है ताकि यह इलास्टिसिटी ऑफ सप्लाई इक्वल टू इनफिनिटी है S0 कर्व पे अगर सप्लाई कर्व अपनी S1 सप्लाई कर्व तुसी देख सकते हो कि दिखा रही है कि जी प्राइस इलास्टिसिटी ऑफ सप्लाई हो गया ग्रेटर देन 1 है मतलब जिन्नी परसेंट प्राइस दे विच चेंज हो रहा है ਉਹਦੇ ਨਾਲੋਂ सप्लाई दे विच ज्यादा चेंज हो रहा है मोर इलास्टिक सप्लाई कर्व है केड़ी S1 तो तुसी S2 देख सकते हो जी S2 सप्लाई कर्व है S2 सप्लाई कर्व इथे की अपनी जी प्राइस इलास्टिसिटी ऑफ सप्लाई हो किया इक्वल टू 1 है मतलब जिन्ने परसेंट प्राइस दे विच चेंज हो रहा है उन्ने परसेंट ही जी साडी सप्लाई है वो चेंज हो रही है तो इथे की है S2 दिस इज द इक्वल चेंज इन प्राइस एंड सप्लाई तो प्राइस इलास्टिसिटी ऑफ सप्लाई इक्वल टू 1 है मींस यूनिटरी इलास्टिक डिमांड है सप्लाई है एंड उस तो बाद S3 सप्लाई कर्व की दिखा रही है कि प्राइस इलास्टिसिटी ऑफ सप्लाई किया लेस देन 1 है मींस लेस इलास्टिक है ठीक है लेस इलास्टिक सप्लाई का मतलब की है कि जिन्ने परसेंट प्राइस दे विच चेंज हो रहा है ਉਹਦੇ ਨਾਲੋਂ सप्लाई दे विच घट चेंज हो रहा है घट इफेक्ट पै रहा है मींस ਜਿਹੜੀ प्राइस इलास्टिसिटी ऑफ सप्लाई लेस देन 1 है S3 कर्व पे एंड नेक्स्ट इज S4 जी अपनी सप्लाई कर्व है वो की है Y एक्सिस दे पैरेलल है स्टेट है तो इट्स मींस जी अपनी सप्लाई है वो S4 मींस कांस्टेंट है
प्राइस चाहे इंक्रीज होवे चाहे डिक्रीज होवे सप्लाई ते कोई भी इफेक्ट नहीं पैंदा दैट इथे प्राइस इलास्टिसिटी ऑफ जेडी सप्लाई होती है कांस्टेंट है मींस जीरो है इक्वल टू जीरो है S4 curve this is the five ਜਿਹੜੀਆਂ ਸਪਲਾਈ ਕਰਵਸ ਜੋ elasticity of supply ਨੂੰ ਡਿਸਕ੍ਰਾਈਬਸ ਕਰ ਰਹੀਆਂ ਨੇ ਤਾਂ ਇੱਥੇ ਕੀ ਆ ਜਿਹੜੀ ਆਪਣੀ ਹੈ ਆਪਣੀ S4 ਸਪਲਾਈ ਕਰੇ ਕਾਂਸਟੈਂਟ ਹੈ ਇਕੁਅਲ ਟੂ ਜ਼ੀਰੋ ਹੈ ਜਿਵੇਂ ਜਿਵੇਂ ਜਿਹੜੀ ਸਪਲਾਈ ਕਰਵ ਹੈ ਉਹ ਰਾਈਟ ਵਰਡ ਸ਼ਿਫਟ ਹੁੰਦੀ ਜਾਏਗੀ ਜਿੰਨੀ ਡਾਊਨ ਹੁੰਦੀ ਜਾਏਗੀ ਉਨੀ ਮੋਰ ਇਲਾਸਟਿਕ ਹੁੰਦੀ ਜਾਏਗੀ ਜਿੰਨੀ ਸਟੇਟ ਹੋਏਗੀ ਉਨੀ ਲੈਸ ਇਲਾਸਟਿਕ ਹੋਏਗੀ ਜਿਵੇਂ ਕਿ S3 ਕੀ ਆ ਲੈਸ ਇਲਾਸਟਿਕ ਹੈ ਐਂਡ ਉਸ ਦੇ ਕੰਪੈਰੀਜ਼ਨ ਜਿਹੜੀ S1 ਹੈ ਇਹ ਮੋਰ ਇਲਾਸਟਿਕ ਹੈ ਕਿਉਂਕਿ ਮੋਰ डाउन है ठीक है एंड S0 तो पता है कि इन्फिनिटी है कि बहुत ज्यादा चेंज या इंक्रीज या डिक्रीज दिस इज द फाइव टाइप्स ਜਿਹੜੀਆਂ ਹੈ elasticity of supply ਦੀਆਂ ਜੋ 5 ਡਿਗਰੀਜ਼ ਦੇ ਥਰੂ ਸਾਨੂੰ ਦਿਖਾਈਆਂ ਗਈਆਂ ਨੇ ਐਂਡ ਉਸ ਤੋਂ ਬਾਅਦ ਹੈ ਕਿਸੇ ਵਸਤੂ ਦੀ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿ ਕਿਸੇ ਵਸਤੂ ਦੀ ਜਿਹੜੀ ਪ੍ਰਾਈਸ ਹੈ ਆਪਣੀ ਸਪਲਾਈ ਹੈ ਉਸ ਨੂੰ ਕਿਹੜੇ-ਕਿਹੜੇ ਜਿਹੜੇ ਫੈਕਟਰਸ ਨੇ ਉਹ ਕੀ ਕਰਦੇ ਨੇ ਅਫੈਕਟ ਕਰਦੇ ਨੇ ਬਹੁਤ ਸਾਰੇ ਜਿਹੜੇ ਫੈਕਟਰਸ ਨੇ ਕਿਸੇ ਵੀ ਵਸਤੂ ਦੀ ਜਿਹੜੀ ਸਪਲਾਈ ਹੈ ਉਹਨੂੰ ਅਫੈਕਟ ਕਰਦੇ ਨੇ ਫਰਸਟਲੀ ਕਹਿੰਦੇ ਸਪਲਾਈ ਦਾ ਵਰਕ ਕਿਹਦੇ ਕੋਲ ਹੁੰਦਾ ਹੈ ਪ੍ਰੋਡਿਊਸਰਸ ਦੇ ਕੋਲ ਹੁੰਦਾ ਹੈ ਕਹਿੰਦੇ ਪ੍ਰੋਡਿਊਸਰਸ ਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਪਲਾਨ ਕਰਨਾ ਪੈਂਦਾ ਹੈ ਕਿ ਉਹ ਕਿਸ ਤਰ੍ਹਾਂ किस प्रोडक्ट्स की जी है सप्लाई करे जिमें कि अपन बोले कि मोस्टली 3 इकोनॉमिक प्रॉब्लम्स होंदियां ने what to produce how to produce for whom to produce ठीक है at which quantities to produce कि कितनी क्वांटिटी ਅਸੀਂ प्रोड्यूस करनी है कि ਜਿਹੜੇ ਆਪਣੇ ਪ੍ਰੋਡਿਊਸਰਸ ਨੇ ਜਾਂ ਬਿਜ਼ਨਸਮੈਨਸ ਨੇ ਉਹਨਾਂ ਨੂੰ ਲਾਸ ਨਾ ਹੋਵੇ ਉਹਨਾਂ ਨੂੰ ਪ੍ਰੋਫਿਟ ਅਰਨ ਹੋਵੇ ਜਾਂ ਫਿਰ ਸਪਲਾਈ ਦਾ ਮੇਨ ਮੋਟਿਵ ਕੀ ਆ कि प्राइवेटेशंस के थ्रू प्राइवेट सेक्टर्स के थ्रू सप्लाई हो रही है क्योंकि प्राइवेट सेक्टर्स का मेन मोटिव होंदा प्रॉफिट मैक्सिमाइजेशन या फिर जेड़ा है अपना पब्लिक सेक्टर्स के थ्रू सप्लाई हो रही है क्योंकि पब्लिक सेक्टर का मेन एम की है सोशल वेलफेयर तो लैस प्राइसिस ते भी ज्यादा गुड्स ने की सप्लाई करते हैं तो फिर जी सप्लाई है वो डिफरेंट फैक्टर्स से डिपेंड करती है उस तो इलावा मार्केट के डिफरेंट फर्म्स होंदियां ने जिवें कि मोनोपोली हुंदी है मोनोपोलिस्टिक हुंदी है ड्यूपोली हुंदी है ओलिगोपोली हुंदी है परफेक्ट कंपटीशन हुंदा है अगर परफेक्ट कंपटीशन है तो मार्केट दे विच सप्लाई गुड्स दी ज्यादा होएगी अगर मोनोपोली है तो मार्केट दे विच जिहड़ी सप्लाई है वो घट होएगी क्योंकि पता है कि साडे प्रोडक्ट्स की मोनोपोली साडे प्रोडक्ट्स नु प्राइस अगर ज्यादा भी है तो बाय करना ही करना है लोगों ने अगर मोनोपोलिस्टिक है तब भी सप्लाई ज्यादा होएगी ਤਾਂ ਫਿਰ ਕਹਿੰਦੇ ਤੇ ਡਿਫਰੈਂਟ ਫੈਕਟਰਸ ਤੇ ਜਿਹੜੀ ਸਪਲਾਈ ਡਿਪੈਂਡ ਕਰਦੀ ਹੈ ਉਸ ਤੋਂ ਆਪਾਂ ਦੇਖਦੇ ਹਾਂ ਵਨ ਬਾਈ ਵਨ ਉਹਨਾਂ ਸਾਰੇ ਫੈਕਟਰਸ ਨੂੰ ਤਾਂ ਇੱਥੇ ਹੈ ਫਰਸਟ ਹੈ ਜਿਨ੍ਹਾਂ ਦੇ ਵਿੱਚੋਂ ਭਵਿੱਖ ਵਿੱਚ ਕੀਮਤਾਂ ਜਿਹਨੂੰ ਆਪਾਂ ਬੋਲਦੇ ਹਾਂ ਫਿਊਚਰ ਐਕਸਪੈਕਟੇਸ਼ਨਸ ਕਹਿੰਦੇ ਫਿਊਚਰ ਐਕਸਪੈਕਟੇਸ਼ਨਸ ਹੁੰਦੀਆਂ ਨੇ ਜਿਹੜੀਆਂ ਉਹ ਜੱਜ ਕਰਨੀਆਂ ਪੈਂਦੀਆਂ ਨੇ ਹਰ ਇੱਕ ਪ੍ਰੋਡਿਊਸਰਸ ਨੂੰ ਉਹਨਾਂ ਨੂੰ ਫਿਊਚਰਸ ਦੇ ਵਿੱਚ ਦੇਖਦੇ ਹੋਏ ਹੀ ਜਿਹੜੀ ਹੈ ਇਨਵੈਸਟਮੈਂਟ ਪ੍ਰੋਡਕਸ਼ਨ ਦੇ ਵਿੱਚ ਕਰਨੀ ਹੁੰਦੀ ਹੈ कि ਅਸੀਂ ਜ਼ਿਆਦਾ ਪੈਸਾ ਇਨਵੈਸਟ ਕਰੀਏ ਜਾਂ ਘੱਟ ਕਰੀਏ ਸਾਡੀ ਹੁਣ ਵਾਲੀ ਕਾਸਟ ਕਿੰਨੀ ਆਏਗੀ ਫਿਊਚਰਸ ਦੇ ਵਿੱਚ ਸਾਡੇ ਪ੍ਰੋਡਕਟਸ ਦੀ ਡਿਮਾਂਡ ਵਧੇਗੀ ਜਾਂ ਘਟੇਗੀ ਠੀਕ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਫਿਊਚਰਸ ਦੇ ਵਿੱਚ ਸਾਡੇ ਪ੍ਰੋਡਕਟਸ ਦੀ ਡਿਮਾਂਡ ਵਧੇਗੀ ਮੀਨਸ ਸਾਡੇ ਪ੍ਰੋਡਕਟਸ ਦੀਆਂ ਕੀਮਤਾਂ ਵਧਣਗੀਆਂ ਕਿਉਂਕਿ ਪੋਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਗਰੁੱਪ ਆਫ ਪੀਪਲਸ ਨੇ ਜਿਹੜੇ ਉਹ ਸਾਡੇ ਪ੍ਰੋਡਕਟਸ ਦੀ ਡਿਮਾਂਡ ਵਧਾ ਰਹੇ ਨੇ ਐਡਵਰਟਾਈਜ਼ਮੈਂਟ ਕੀਤੀ ਅਸੀਂ ਸਾਡੇ ਪ੍ਰੋਡਕਟ ਦੀ ਡਿਮਾਂਡ ਵਧੇਗੀ ਤਾਂ ਕੀ ਕਰਨਗੇ ਫਿਊਚਰ ਦੇ ਵਿੱਚ ਅਗਰ ਪ੍ਰਾਈਸ ਇਨਕਰੀਜ਼ਸ ਹੋਣ ਦੀਆਂ ਸੰਭਾਵਨਾ ਨੇ ਤਾਂ ਜਿਹੜੇ ਪ੍ਰੋਡਿਊਸਰਸ ਨੇ ਉਹ ਮੋਰ ਪ੍ਰੋਫਿਟ ਲੈਣਾ ਚਾਹਣਗੇ ਇਨ ਫਿਊਚਰਸ ਦੇ ਵਿੱਚ ਤਾਂ ਉਹ ਆਪਣੇ ਪ੍ਰੋਡਕਟਸ ਦੀ ਸਪਲਾਈ ਜ਼ਿਆਦਾ ਕਰਨਗੇ ਫਿਊਚਰਸ ਦੇ ਵਿੱਚ ਤਾਂ ਇਹਦੇ ਲਈ ਉਹ ਕੀ ਕਰਨਗੇ ਪ੍ਰੋਡਕਸ਼ਨ ਜ਼ਿਆਦਾ ਕਰਨਗੇ ਸਪਲਾਈ ਜ਼ਿਆਦਾ ਕਰਨਗੇ ਪ੍ਰੈਜ਼ੈਂਟ ਟਾਈਮ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਗੇ ਤਾਂ ਫਿਊਚਰ ਦੇ ਵਿੱਚ ਅਸੀਂ ਜਿਹੜੀਆਂ ਸਪਲਾਈ ਉਹ ਜ਼ਿਆਦਾ ਕਰ ਸਕੇ ਕਿਉਂਕਿ ਪ੍ਰਾਈਸਿਸ ਇਨਕਰੀਜ਼ ਹੋਣ ਵਾਲੀਆਂ ਨੇ ਅਗਰ ਫਿਊਚਰਸ ਦੇ ਵਿੱਚ ਉਹਨਾਂ ਦੇ ਪ੍ਰੋਡਕਟਸ ਦੀ ਜਿਹੜੀਆਂ ਪ੍ਰਾਈਸਿਸ ਨੇ ਡਿਕਰੀਜ਼ ਹੋਣ ਦੀ ਸੰਭਾਵਨਾ ਹੈ ਕਿ ਪ੍ਰਾਈਸਿਸ ਘਟ ਜਾਣੀਆਂ ਤਾਂ ਇਸ ਵਿੱਚ ਉਹ ਕੀ ਕਰਨਗੇ ਪ੍ਰੈਜ਼ੈਂਟ ਟਾਈਮ ਜਿਹੜੀ ਹੈ ਪ੍ਰੋਡਕਸ਼ਨ ਉਹ ਘਟਾ ਦੇਣਗੇ ਕਿਉਂਕਿ ਫਿਊਚਰਸ ਦੇ ਵਿੱਚ ਉਹ ਸਪਲਾਈ ਵੀ ਘੱਟ ਕਰਨਗੇ ਕਿਉਂਕਿ ਪ੍ਰਾਈਸਿਸ ਘੱਟ ਕਰਨ ਤੇ ਸਪਲਾਈ ਕੀ ਹੈ ਘਟ ਜਾਏਗੀ ਕਿਉਂਕਿ ਉਹਨਾਂ ਦਾ ਪ੍ਰੋਫਿਟ ਘਟੇਗਾ ਐਂਡ ਦੂਸਰਾ ਹੈ ਵਸਤੂ ਦੀ ਕੀਮਤ ਕਹਿੰਦੇ ਕਿਸੇ ਵੀ ਪ੍ਰੋਡਕਟਸ ਦੀ ਖੁਦ ਦੀ ਕੀਮਤ ਹੈ ਜਿਹੜੀ ਉਹ ਵੀ ਸਪਲਾਈ ਨੂੰ ਅਫੈਕਟ ਕਰਦੀ ਹੁੰਦੀ ਹੈ ਕਿਉਂਕਿ ਜਿਹੜੀ ਪ੍ਰਾਈਸ ਹੈ ਤੇ ਸਪਲਾਈ ਉਹਦੇ ਵਿੱਚ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ ਅਗਰ ਕਿਸੇ ਵੀ ਵਸਤੂ ਦੀ ਕੀਮਤ ਡੇ ਬਾਈ ਡੇ ਇਨਕਰੀਜ਼ ਹੋ ਰਹੀ ਹੈ ਤਾਂ ਉਹਦੇ ਨਾਲ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਉਹਨਾਂ ਦਾ ਪ੍ਰੋਫਿਟ ਵੀ ਕੀ ਹੋ ਰਿਹਾ ਹੈ ਇਨਕਰੀਜ਼ ਹੋ ਰਿਹਾ ਹੈ ਤਾਂ ਉਹ ਕੀ ਕਰਨਗੇ ਆਪਣੇ ਪ੍ਰੋਡਕਟਸ ਦੀ ਪ੍ਰੋਡਕਸ਼ਨ ਜ਼ਿਆਦਾ ਕਰਨਗੇ ਮੀਨਸ ਸਪਲਾਈ ਜ਼ਿਆਦਾ ਕਰਨਗੇ ਅਗਰ ਪ੍ਰਾਈਸਿਸ ਡਿਕਰੀਜ਼ ਹੋ ਰਹੀਆਂ ਨੇ ਤਾਂ ਇਟਸ ਮੀਨਸ ਉਹਨਾਂ ਦਾ ਜਿਹੜਾ ਰੈਵਨਿਊ ਹੈ ਉਹ ਪ੍ਰਾਈਸਿਸ ਦੇ ਥਰੂ ਘਟ ਰਿਹਾ ਮੀਨਸ ਇਨਕਮ ਘਟ ਰਹੀ ਹੈ ਤੇ ਕਾਸਟ ਆਪਣੀ ਕਾਂਸਟੈਂਟ ਹੈ ਤਾਂ ਇਸ ਦਾ ਮਤਲਬ ਉਹ ਕੀ ਕਰਨਗੇ ਆਪਣੇ ਗੁड्स ਦੀ ਪ੍ਰੋਡਕਟਸ ਦੀ ਸਪਲਾਈ ਨੂੰ ਡਿਕਰੀਜ਼ ਕਰਨਗੇ एंड दूसरी तरफ
ਵਸਤੂ ਦੀ ਮੰਗ, ਕਿਸੇ ਵੀ ਗੁੱਡ ਦੀ ਜਿਹੜੀ ਡਿਮਾਂਡ ਹੁੰਦੀ ਆ ਉਹਦੇ ਥਰੂ ਜਿਹੜੀ ਸਪਲਾਈ ਆਪਣੀ ਅਫੈਕਟ ਹੁੰਦੀ ਆ। ਤਾਂ ਅਗਰ ਕਿਸੇ ਵੀ ਪ੍ਰੋਡਕਟਸ ਦੀ ਡਿਮਾਂਡ ਇਨਕਰੀਜ਼ ਹੋ ਗਈ, ਮਤਲਬ ਜਿਵੇਂ ਕਿ ਪਾਪੂਲੇਸ਼ਨ ਇਨਕਰੀਜ਼ ਹੋ ਗਈ, ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਡਿਮਾਂਡ ਇਨਕਰੀਜ਼ ਹੋਏਗੀ ਤਾਂ ਨਾਲ ਦੀ ਨਾਲ ਸਪਲਾਈ ਵੀ ਕੀ ਹੈ ਇਨਕਰੀਜ਼ ਹੋਏਗੀ। ਅਗਰ ਡਿਮਾਂਡ ਡਿਕਰੀਜ਼ ਹੋ ਗਈ, ਡਿਮਾਂਡ ਡਿਕਰੀਜ਼ ਹੋਣ ਦੇ ਕਈ ਰੀਜ਼ਨਸ ਹੋ ਸਕਦੇ ਨੇ, ਜਿਵੇਂ ਕਿ ਸਬਸਟੀਟਿਊਸ਼ਨ ਗੁੱਡਸ ਹੋ ਸਕਦੀਆਂ ਨੇ, ਉਹਨਾਂ ਦੇ ਪ੍ਰਾਈਸਿਸ ਹੋ ਸਕਦੇ ਨੇ। ਅਗਰ ਸਬਸਟੀਟਿਊਸ਼ਨ ਗੁੱਡਸ ਦੇ ਪ੍ਰਾਈਸਿਸ ਇਨਕਰੀਜ਼ ਡਿਕਰੀਜ਼ ਹੋਏ, ਸਬਸਟੀਟਿਊਸ਼ਨ ਗੁੱਡਸ ਦੇ ਪ੍ਰਾਈਸ ਡਿਕਰੀਜ਼ ਹੋ ਗਏ ਤਾਂ ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਵੱਧ ਜਾਏਗੀ, ਸਾਡੇ ਪ੍ਰੋਡਕਟਸ ਦੀ ਡਿਮਾਂਡ ਘਟ ਜਾਏਗੀ। ਤਾਂ ਫਿਰ ਕੀ ਹੈ, ਸਾਡਾ ਪ੍ਰੋਡਕਟਸ ਦੀ ਡਿਮਾਂਡ ਘਟਣ ਦੇ ਨਾਲ ਸਾਡੇ ਪ੍ਰੋਡਕਟਸ ਕੋਲ ਵੀ ਸਾਡੇ ਪ੍ਰੋਡਕਟਸ ਦਾ ਬਫਰ ਸਟਾਕ ਬਚੇਗਾ, ਜਿਹਦੇ ਥਰੂ ਸਪਲਾਈ ਵੀ ਕੀ ਹੈ ਘਟ ਜਾਏਗੀ। ਅਗਰ ਸਾਡੇ ਪ੍ਰੋਡਕਟਸ ਦੀ ਡਿਮਾਂਡ ਵਧੀ ਤਾਂ ਆਪਾਂ ਸਪਲਾਈ ਹੀ ਉਨੀ ਕੀ ਕਰਾਂਗੇ ਇਨਕਰੀਜ਼ ਕਰਾਂਗੇ। ਐਂਡ ਦ ਨੈਕਸਟ ਇਜ਼ ਫਰਮਾਂ ਦੀ ਸੰਖਿਆ। ਕਹਿੰਦੇ ਸਪਲਾਈ ਹੈ ਜਿਹੜੀ ਉਹ ਕਿੰਨੀਆਂ ਫਰਮਸ ਨੇ ਮਾਰਕੀਟ ਦੇ ਵਿੱਚ ਉਸ ਤੇ ਵੀ ਡਿਪੈਂਡ ਕਰਦੀਆਂ ਨੇ। ਅਗਰ ਪਰਫੈਕਟ ਕੰਪੀਟੀਸ਼ਨ ਹੈ ਮੀਨਸ ਅ ਲਾਰਜ ਨੰਬਰ ਆਫ ਫਰਮਸ ਨੇ, ਹੋਮੋਜੀਨੀਅਸ प्रोडक्ट्स ने, प्राइस की है कांस्टेंट है तो इट्स मीन सप्लाई की है ज्यादा होएगी। अगर मोनोपोली है तो इट्स मीन सप्लाई की है मोनोपोली एंड मोनोपोलिस्टिक ਦੇ ਵਿੱਚ ਕੀ ਹੈ ਘੱਟ ਹੋਏਗੀ, ਕਿਉਂਕਿ मोनोपोली ਦਾ ਮੇਨ ਏਮ ਕੀ ਹੁੰਦਾ ਪ੍ਰੋਫਿਟ ਮੈਕਸਿਮਾਈਜੇਸ਼ਨ। ਉਹ ਘੱਟ ਕੁਆਂਟੀਟੀ ਪ੍ਰੋਡਿਊਸ ਕਰਕੇ ਵੀ ਜ਼ਿਆਦਾ ਪ੍ਰੋਫਿਟ ਲੈਣਾ ਚਾਹਣਗੇ, ਠੀਕ ਹੈ। ਤਾਂ ਇਹ ਫਰਮਾਂ ਦੀ ਸੰਖਿਆ ਤੇ ਵੀ ਜਿਹੜੀ ਆਪਣੀ ਹੈ ਸਪਲਾਈ ਡਿਪੈਂਡ ਕਰਦੀ ਹੈ। ਐਂਡ ਦੂਸਰੀ ਤਰਫ ਫਰਮਾਂ ਦੇ ਉਦੇਸ਼, ਕਹਿੰਦੇ ਫਰਮਾਂ ਦੇ ਉਦੇਸ਼ ਕੀ ਨੇ ਮੇਨਸ, ਠੀਕ ਹੈ, ਮੇਨ ਆਬਜੈਕਟਿਵਸ ਕੀ ਨੇ, ਉਹਨਾਂ ਤੇ ਵੀ ਸਪਲਾਈ ਡਿਪੈਂਡ ਕਰਦੀ ਹੈ, ਕਿਉਂਕਿ ਪ੍ਰੋਡਕਟਸ ਦੀ ਸਪਲਾਈ ਕੌਣ ਕਰਦੀਆਂ ਨੇ, ਫਰਮਾਂ ਕਰਦੀਆਂ ਨੇ, ਠੀਕ ਹੈ। ਐਂਡ ਕਹਿੰਦੇ ਅਗਰ ਜਿਹੜਾ ਫਰਮਾਂ ਦਾ ਮੇਨ ਮੋਟਿਵ ਕੀ ਆ ਪ੍ਰੋਫਿਟ ਮੈਕਸਿਮਾਈਜੇਸ਼ਨ ਹੈ, मीन्स प्रॉफिट ज़्यादा तो ज़्यादा अर्न करना है, तो प्राइस इंक्रीज होने से सप्लाई इंक्रीज करेंगे, प्राइस डिक्रीज होने सप्लाई डिक्रीज करेंगे। अगर मोनोपली की गल करिए तो मोनोपली के अगर प्राइसिस इंक्रीज ने तब भी फर्मा सप्लाई इन्नी इंक्रीज नहीं करती, क्योंकि उन्होंने प्रोडक्ट्स की जी डिमांड है मोनोपली होने करके होएगी ही होएगी, प्रॉफिट फर्म्स को ज़्यादा होएगा। अगर दूसरी तरफ फर्मा की उद्देश में की ने सोशल वेलफेयर है कि सोसाइटी ਨੂੰ ਆਪਾਂ सोसाइटी ਦੀਆਂ ਨੀਡਸ ਪੂਰੀਆਂ ਕਰਨਾ ਹੈ, ਠੀਕ ਹੈ। ਮੇਨ ਆਬਜੈਕਟਿਵਸ ਬੇਸਿਕ ਨੀਡਸ ਪੂਰੀਆਂ ਕਰਨਾ ਨੇ, ਅਸੀਂ ਇਸ ਤਰ੍ਹਾਂ ਦੇ ਗੁੱਡਸ ਨੂੰ ਹੀ ਪ੍ਰੋਡਿਊਸ ਕਰਨੇ ਆ, ਤਾਂ ਉਹ ਕੀ ਕਰਨਗੇ ਲੈਸ ਪ੍ਰਾਈਸਿਸ ਤੇ ਵੀ ਗੁੱਡਸ ਦੀ ਸਪਲਾਈ ਕੀ ਹੈ ਜ਼ਿਆਦਾ ਕਰਨਗੇ, ਪ੍ਰੋਡਕਟਸ ਦੀ ਪ੍ਰੋਡਕਸ਼ਨ ਜ਼ਿਆਦਾ ਕਰਨਗੇ। ਅਗਰ ਫਰਮਾਂ ਦਾ ਮੇਨ ਉਦੇਸ਼ ਕੀ ਹੈ ਆਪਣਾ ਨਾਮ ਮਿਸ ਫੇਮ ਲੈਣੀ, ਠੀਕ ਹੈ, तद भी कहते की करेंगे अपने फर्म्स ने जो वो लैस प्राइसिस से भी सप्लाई कंटिन्यूसली करनी है, क्योंकि सारे कस्टमर तक उन्होंने जो प्रोडक्ट्स है वो पहुंचे तो सारे प्रोडक्ट्स उसको बाय करन, ठीक है। इस तरह की वो फेम भी लै सकते हैं, प्राइस थ्रू इनकम भी अर्न कर सकते हैं। एंड द नेक्स्ट इज भविख, जिन्होंने बोलते फ्यूचर एक्सपैक्टेशंस, कहते फ्यूचर एक्सपैक्टेशंस से भी जी साडी सप्लाई है वो डिपेंड करती है, मतलब अगर फ्यूचर्स के विच प्राइसिस इंक्रीज होने की संभावना है साडे प्रोडक्ट्स की, तो इट्स मीन सप्लाई इंक्रीज होगी। अगर फ्यूचर्स के विच डिमांड इंक्रीज होने की सप्लाई संभावना है तब भी कहते कि अपनी जी सप्लाई है वो इंक्रीज होगी। एंड अगर सानू लगता है कि एडवरटाइजमेंट के थ्रू अ ग्रुप ऑफ पीपल साडे प्रोडक्ट्स की डिमांड वधा रहे हैं, आने वाले टाइम के साडे प्रोडक्ट्स की डिमांड बढ़ेगी, तब भी की है जी सप्लाई वो की होगी इंक्रीज होगी। अगर फ्यूचर्स के एक्सपैक्टेशंस ने कि डिमांड डिक्रीज होएगी, प्राइस डिक्रीज होएगी, तब फिर किया अपने प्रोडक्ट्स की सप्लाई आपां किया घट करांगे, मींस प्रोडक्शन अपनी घटा दें। एंड इस तो इलावा उत्पादन के साधना की कीमत, कहते मोस्टली जो अपनी फर्म्स ने जो वो प्रोडक्शन करदियां ने, 4 फैक्टर ऑफ प्रोडक्शंस ਨੂੰ यूज करदियां ने, लैंड लेबर कैपिटल एंड एंटरप्रेन्योर। वो की ने अपने उत्पादन के साधन ने चार, ਤਾਂ ਜਿਹੜੇ उत्पादन के साधना ने इन्हां दी कीमत मतलब प्राइस जो ਆਪਾਂ ਇਹਨਾਂ ਦੇ ਬਦਲੇ ਇਹਨਾਂ ਨੂੰ ਕੀ ਕਰਦੇ ਹਾਂ ਪੇਮੈਂਟਸ ਕਰਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਵੇਂ ਕਿ ਲੈਂਡ ਦੇ ਬਦਲੇ ਆਪਾਂ ਕੀ ਦਿੰਦੇ ਆ ਰੈਂਟ ਦਿੰਦੇ ਆ, ਐਂਡ ਲੇਬਰ ਦੇ ਬਦਲੇ ਆਪਾਂ ਵੇਜਸ ਦਿੰਦੇ ਆ, ठीक है। एंड कैपिटल लैन के बदले आप इंटरस्ट पे करते हैं, एंड एंटरप्रेन्योर को प्रॉफिट जाता है। तो उत्पादन के साधनों की जी कीमत है मतलब प्राइस है, पेमेंट्स है जी आप प्रोडक्शन की, अगर इंक्रीज हो जाती है पेमेंट्स प्रोडक्शन की, तो इट्स मीन सप्लाई डिक्रीज हो जाती है। मान लो कि अपनी जी कॉस्ट है वो प्रोडक्शन की इंक्रीज होगी, फैक्टर्स की कॉस्ट इंक्रीज होगी, पहला आप 100 रुपीज़ के विच 10 गुड्स ने जिहड़ियां प्रोड्यूस करते थे, हुण की कॉस्ट इंक्रीज ओनली 100 गुड्स के विच आपां 100 रुपीज़ के विच आपां 5 गुड्स नूं किया प्रोड्यूस करते हैं, तो इट्स मीनस
इनकम तो अपनी उन्नी हो लगी लेकिन क्वांटिटी की होगी, डिक्रीज होगी, क्योंकि फैक्टर ऑफ प्रोडक्शन सी जी प्राइसिस ने वो इंक्रीज हो गया। दैट इज द रीजन अपनी जी सप्लाई ਉਹ ਘਟੇਗੀ। अगर उत्पादन के साधनों की कीमत घट जाती है, कॉस्ट लैस हो जाती है, इंक्रीजिंग रिटर्न्स ने ते डिमिनिशिंग कॉस्ट है, तो सप्लाई की आउटपुट की अपनी इंक्रीज होएगी। दूसरी तरफ है तकनीक विच परिवर्तन, मीनस टैक्निकल इंप्रूवमेंट, टेक्नोलॉजी कहते ਜਿਹੜੀਆਂ ਟੈਕਨੀਕਸ ਨੇ ਜੋ ਫਰਮਾਂ ਯੂਜ਼ ਕਰਦੀਆਂ ਨੇ ਫॉर द प्रोडक्शंस, ਕਹਿੰਦੇ ਉਹਨਾਂ ਦੇ ਥਰੂ ਵੀ ਸਾਡੀ ਸਪਲਾਈ ਕੀ ਆ ਅਫੈਕਟ ਕਰੇਗੀ। ਫॉर एग्जांपल अगर ਜਿਵੇਂ ਕਿ ਫਰਮਾਂ ਨੇ ਉਹ ਟ੍ਰੈਡੀਸ਼ਨਲ ਟੈਕਨੀਕ ਯੂਜ਼ ਕਰ ਰਹੀਆਂ ਨੇ, ਮੀਨਸ ਲੇਬਰ ਇੰਟੈਂਸਿਵ ਟੈਕਨੀਕਸ ਜਿਹਦੇ ਵਿੱਚ ਲੇਬਰ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਪ੍ਰੋਡਕਸ਼ਨ ਦੇ ਲਈ, ਤਾਂ ਉਹਦੇ ਥਰੂ ਸਿਰਫ ਉਹ 1 ਡੇ ਦੇ ਵਿੱਚ 100 ਗੁੱਡਸ ਪ੍ਰੋਡਿਊਸ ਕਰਨਗੀਆਂ। लेकिन अगर वो न्यू रिसर्च ते इनोवेशन से थ्रू न्यू टेक्निक्स लैके आउंदे आ, कोई भी न्यू मशीनरी लैके आउंदे आ, ਤਾਂ ਇੱਕ ਦਿਨ ਦੇ ਵਿੱਚ ਉਹ ਕੈਪੀਟਲ ਇੰਟੈਂਸਿਵ ਟੈਕਨੀਕ ਦੇ ਥਰੂ 200 ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਆ, ਮੀਨਸ ਡਬਲ ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਆ। ਅਗਰ ਟੈਕਨੀਕਲ ਇੰਪਰੂਵਮੈਂਟ ਹੋਏਗੀ, ਟੈਕਨੋਲੋਜੀ ਡਿਵੈਲਪ ਹੋਏਗੀ, ਇਨੋਵੇਸ਼ਨਸ ਐਂਡ ਰਿਸਰਚ ਹੋਣਗੀਆਂ, ਤਾਂ ਜਿਹੜੀ ਆਪਣੀ ਪ੍ਰੋਡਕਸ਼ਨ ਸਕਿੱਲਸ ਨੇ ਉਹ ਇੰਪਰੂਵ ਹੋਣਗੀਆਂ, ਪ੍ਰੋਡਕਸ਼ਨ ਕਪੈਸਿਟੀ ਇੰਪਰੂਵ ਹੋਏਗੀ, ਜਿਹਦੇ ਥਰੂ ਸਪਲਾਈ ਵੀ ਕੀ ਆਪਣੀ इंक्रीज होएगी। एंड द नेक्स्ट इज निवेश विच परिवर्तन, मींस इन्वेस्टमेंट, कहते जी सप्लाई आ वो इन्वेस्टमेंट ते भी डिपेंड करती है। तो इन्वेस्टमेंट ते जी प्रोडक्शन है उदा पॉजिटिव रिलेशनशिप होता है, जिन्नी इन्वेस्टमेंट होएगी उन्नी ही प्रोडक्शन होएगी, उन्नी ही सप्लाई इंक्रीज होएगी। जिन्नी इन्वेस्टमेंट घट होएगी उन्नी ही आउटपुट मींस प्रोडक्शन घट होएगी ते सप्लाई घट होएगी। तो इन्वेस्टमेंट किस चीज का फंक्शन है, इन्वेस्टमेंट डिपेंड करती है रेट ऑफ इंटरेस्ट पे। अगर रेट ऑफ इंटरेस्ट घट होएगा तो इन्वेस्टमेंट ज्यादा होएगी, सप्लाई ज्यादा होएगी। अगर रेट ऑफ इंटरेस्ट ज्यादा है तो इन्वेस्टमेंट घट होएगी, सप्लाई भी घट होएगी। एंड द नैक्सट इज सरकार दी नीति, जिन्हों आप बोलते हैं सरकार दी नीति दे विच 2 बेसिक पॉलिसीज होंदियां ने, मॉनेटरी पॉलिसी एंड फिजिकल पॉलिसी। कहते मॉनेटरी पॉलिसी ते भी जिहड़ी है साडी सप्लाई डिपेंड करती है। मॉनेटरी पॉलिसी जो है अपने बैंक्स की पॉलिसी, जिन्हें मनी नाल रिलेटेड पॉलिसी है, जिहदे विच मनी दी क्रेडिट क्रिएशन किया जाता है, मनी की सप्लाई की जाती है, तो मनी की सप्लाई ते कंट्रोल किया जाता है थ्रू द आरबीआई मींस कमर्शियल आरबीआई रिजर्व बैंक ऑफ इंडिया। कहते अगर चीप मॉनेटरी पॉलिसी है मींस बैंक के थ्रू मनी की सप्लाई ज्यादा हो रही है, लैस रेट ऑफ इंटरेस्ट है, क्रेडिट क्रिएशन ज्यादा हो रही है, तो इट्स मींस इकोनॉमी के पैसा ज्यादा आएगा, तो डिमांड भी इंक्रीज होएगी कस्टमर्स के थ्रू, ते दूसरी तरफ सप्लाई भी इंक्रीज होएगी क्योंकि इन्वेस्टमेंट भी ज्यादा होएगी। तो अगर कहते क्रेडिट क्रिएशन घट हो रही है मींस रेट ऑफ इंटरेस्ट ज्यादा है, एक्सपेंसिव मॉनेटरी पॉलिसी है, तब की है डिमांड भी लैस एंड इन्वेस्टमेंट भी लैस होएगी, तो सप्लाई भी की लैस होएगी। दूसरी तरफ फिजिकल पॉलिसी जो गवर्नमेंट के एक्सपेंडिचर एंड अपने रेवेन्यू नाल रिलेटेड पॉलिसी है। कहते गवर्नमेंट की पॉलिसी ते भी फिजिकल पॉलिसी ते भी जिहड़ी है अपनी सप्लाई डिपेंड करती है। अगर गवर्नमेंट के एक्सपेंडिचर्स ज़्यादा नहीं, मींस गवर्नमेंट फैसिलिटीज दे रही है, कम्युनिकेशन फैसिलिटीज, ट्रांसपोर्ट फैसिलिटीज, बैंकिंग फैसिलिटीज, रोड्स दी, इलैक्ट्रिसिटी दी, ठीक है, दैन फिर की है प्रोडक्शन ज़्यादा होएगी क्योंकि प्रोड्यूसर्स को जिहड़ा है ईजीली जो है इक्विपमेंट्स वो मिल जाएंगे। अगर एक्सपेंडिचर्स गवर्नमेंट के घट ने तो की है जी है अपनी सप्लाई भी की होएगी घट होएगी, मींस ट्रांसपोर्ट, रोड्स, बैंकिंग फैसिलिटी घट है तो इन्वेस्टमेंट घट होएगी, तो सप्लाई भी की है घट होएगी। दूसरी तरफ कुदरती परिस्थिति, कहते कुदरती परिस्थिति का मतलब की है नैचुरल डिजास्टर्स। अगर कई बार कहते कई सैक्टर्स के विच जिवें कि प्राइमरी सैक्टर है, प्राइमरी सैक्टर्स के विच मोस्टली जिहड़ी साडी प्रोडक्शन है एग्रीकल्चर सैक्टर्स के विच जिवें कि क्रॉप्स हो गया, बीट्स हो गया अपना, ठीक है, राइस हो गया, इन्हां दी प्रोडक्शन किस चीज़ से डिपेंड करती है, नेचर से डिपेंड करती है। अगर प्रोडक्शन नेचर से डिपेंड है तो नेचर के थ्रू कई बार कहते इदां दे क्लाइमेट्स जिवें कि अच्छा ना होना, ठीक है, ਜਾਂ ਫਿਰ ਕਹਿੰਦੇ ਨੈਚੁਰਲ ਡਿਜ਼ਾਸਟਰਸ ਜਿਵੇਂ ਕਿ ਫਲੱਡਸ ਹੋਣਾ, ਹੜ੍ਹ ਸੋਕਾ, ਠੀਕ ਹੈ, ਇਹਨਾਂ ਦਾ ਵੀ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਤੇ ਅਸਰ ਪੈਂਦਾ ਹੈ। ਅਗਰ ਨੇਚਰ ਆਪਣੀ ਪ੍ਰੋਡਕਸ਼ਨ ਦੇ ਫੇਵਰ ਦੇ ਵਿੱਚ ਹੈ ਤਾਂ ਸਪਲਾਈ ਇਨਕਰੀਜ਼ ਹੋਏਗੀ, ਅਗਰ ਨੇਚਰ ਦੇ ਥਰੂ ਫਲੱਡਸ ਐਂਡ ਡਿਜ਼ਾਸਟਰ ਦੇ ਥਰੂ ਡਿਸਟਰੋਏ ਹੋ ਰਹੀ ਆ ਆਪਣੀ ਫਸਲ ਤਦ ਕੀ ਸਪਲਾਈ ਘੱਟ ਹੋਏਗੀ। ਤਾਂ ਦੂਸਰੀ ਤਰਫ ਜਿਹੜੀ ਹੈ ਅਗਰ ਮਾਡਰਨ ਵੇ ਦੇ ਨਾਲ ਜੋ ਵੀ ਹੈ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਨੇਚਰ ਤੇ ਘੱਟ ਡਿਪੈਂਡ ਹੈ, ਤਦ ਕੀ ਜਿਹੜੀ ਸਪਲਾਈ ਹੈ ਉਹ ਵੀ ਕੀ ਹੈ ਜ਼ਿਆਦਾ ਹੋਏਗੀ। ਇਹ ਸੀਗੇ ਉਹ ਵਾਲੇ ਫੈਕਟਰਸ ਜਿਹੜੇ ਸਪਲਾਈ ਨੂੰ ਅਫੈਕਟ ਕਰਦੇ ਨੇ। ਤੇ ਅੱਜ ਦੇ ਆਪਣੇ ਟੌਪਿਕ ਦੇ ਵਿੱਚ ਆਪਾਂ ਨੇ ਕੀ ਦੇਖਿਆ, ਸਪਲਾਈ ਜਿਹਦਾ ਪ੍ਰਾਈਸ ਤੇ ਸਪਲਾਈ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਲਾਅ ਆਫ ਸਪਲਾਈ ਦੇ ਵਿੱਚ ਕੀ ਪ੍ਰਾਈਸ ਇਨਕਰੀਜ਼ ਹੋਏਗੀ ਤਾਂ ਸਪਲਾਈ ਵੀ ਇਨਕਰੀਜ਼ ਹੋਏਗੀ, ਪ੍ਰਾਈਸ ਡਿਕਰੀਜ਼ ਹੋਏਗੀ, ਸਪਲਾਈ ਵੀ ਡਿਕਰੀਜ਼ ਹੋਏਗੀ।
दूसरी तरफ आपने सप्लाई ਨੂੰ ਮੈਜ਼ਰ ਕਰਨ ਦੇ ਲਈ ਪ੍ਰਾਈਸ ਇਲਾਸਟਿਸਿਟੀ ਆਫ ਸਪਲਾਈ ਦੇਖਿਆ ਹੈ ਜਿਹਦੇ ਵਿੱਚ 5 ਡਿਗਰੀਜ਼ ਦੇਖੀਆਂ ਨੇ greater than unitary, less than unitary, equal to unitary and infinity हो गया and zero हो गया। एंड उस तो इलावा टू मैथड्स मेजर ਕਰਨ ਦੇ ਜਿਹਦੇ ਵਿੱਚ ਫਰਸਟ ਮੈਥਡ ਸੀਗਾ ਪਰਸੈਂਟੇਜ ਮੈਥਡ ਐਂਡ ਸੈਕੰਡ ਮੈਥਡ ਸੀਗਾ ਪੁਆਇੰਟ ਮੈਥਡ। ਤੇ ਉਸ ਤੋਂ ਬਾਅਦ ਜਿਹੜੀ ਸਲੋਪ ਸੀਗੀ ਆਪਣੀ ਸਪਲਾਈ ਕਰਵਸ ਦੀ ਜਿਹੜੀ ਸਲੋਪਸ ਹੁੰਦੀ ਹੈ ਸਪਲਾਈ ਕਰਵ ਦੀ ਉਹਦੇ ਥਰੂ ਆਪਾਂ ਦੇਖ ਸਕਦੇ ਹਾਂ ਕਿ ਸਪਲਾਈ ਲੈਸ ਇਲਾਸਟਿਕ ਹੈ ਮੋਰ ਇਲਾਸਟਿਕ ਹੈ ਜਾਂ ਜ਼ੀਰੋ ਹੈ ਜਾਂ ਇਨਫਿਨਿਟੀ ਹੈ ਜਾਂ ਇਕੁਅਲ ਟੂ 1। ਤੇ ਇਹ ਸੀਗੇ ਫੈਕਟਰਸ ਜੋ ਸਪਲਾਈ ਨੂੰ ਕੀ ਕਰਦੇ ਨੇ ਅਫੈਕਟ ਕਰਦੇ ਨੇ। ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।